मैं तो बहुत बार ये भी देखदा कि एक गोडे वास्ते पेशेंट जाता है ਤੇ ਦੂਜਾ ਵੀ ਕਹਿੰਦੇ ਦੂਜਾ ਵੀ ਬਦਲਾਓ ਜੇ ਪ੍ਰੋਬਲਮ ਉਹਨਾਂ ਦੀ ਨਸਾਂ 'ਚ ਹੈ ਜਾਂ ਪੈਰਾਂ 'ਚ ਹੈ ਜਾਂ ਗਿੱਟਿਆਂ 'ਚ ਸੋਜਾ ਹੈ ਜੇ ਆਪਾਂ ਉਹਨੂੰ ਹੀ ਠੀਕ ਕਰ ਦਈਏ ਤੇ ਜਿਹੜੀ ਚੱਪਣੀ ਹੈ ਗੋਡਿਆਂ ਦੀ ਉਹਦੇ 'ਚ ਗਰੀਸ ਦਾ ਜਿਹੜਾ ਮੁੱਖ ਰੋਲ ਹੈ ਆਪਾਂ ਸਮਝਦੇ ਹਾਂ ਕਿ ਗਰੀਸ ਜਾਂ ਚੱਪਣੀ ਘਸ ਜਾਂਦੀ ਹੈ ਜੇ ਉਹਨੂੰ ਰਿਵਾਈਵ ਰੀਜੂਨੇਟ ਕਰ ਦਈਏ ਤਾਂ ਮੈਨੂੰ ਮਨ ਲੱਗਦਾ ਕਿ ਮੈਂ ਜਿੰਨੇ ਕਿ ਇੱਥੇ ਮਰੀਜ਼ ਦੇਖਦਾ ਸ਼ਾਇਦ 80 ਤੋਂ 85% ਲੋਕਾਂ ਨੂੰ ਲੋੜ ਹੀ ਨਹੀਂ ਹੈ ਆਪਰੇਸ਼ਨ ਦੀ ਜਿਹਨੂੰ ਵੀ ਇਹ ਪ੍ਰੋਬਲਮ ਹੈ ਮੈਂ ਇੰਨਾ ਜ਼ਰੂਰ ਅਸ਼ੋਰ ਕਰ ਸਕਦਾ ਕਿ ਉਹ 5 ਦਿਨ ਮੈਨੂੰ ਦੇ ਦਿਓ ਠੀਕ ਹੈ 6ਵਾਂ ਦਿਨ ਜੇ ਉਹਦਾ ਮਨ ਮੰਨੇ ਤਾਂ ਮੇਰੇ ਕੋਲ ਆਵੇ ਬਿਲਕੁਲ ਨਾ ਆਵੇ 5 ਦਿਨ 'ਚ ਉਹਨੂੰ ਇਲਾਜ ਦੇ ਰੂਪ 'ਚ ਸਹੀ ਇਲਾਜ ਦੇ ਰੂਪ 'ਚ ਫਰਕ ਪਏਗਾ ਉਹਨੂੰ ਤੁਰਨਾ ਫਿਰਨਾ ਉਹਦੀ ਸਵੈਲਿੰਗ 'ਚ ਫਰਕ ਪਏਗਾ ਤਾਂ ਉਹ 6ਵੇਂ ਦਿਨ ਮੇਰੇ ਕੋਲ ਮਹਿਸੂਸ ਕਰੇ ਆਉਣ ਦੀ ਵਰਨਾ ਮੈਨੂੰ ਬਾਈ ਗॉड ਮੈਂ ਕਿਸੇ ਨੂੰ ਮਿਸਗਾਈਡ ਨਹੀਂ ਕਰਨਾ ਚਾਹੁੰਦਾ ਇੱਕ ਐਵਰੇਜ ਕਾਸਟ ਕਿਸੇ 2 ਗੋਡਿਆਂ ਦੀ ਆ ਇੱਕ ਗੋਡਾ ਵੀ ਆਪਾਂ ਲੈ ਕੇ ਚੱਲੀਏ ਤਾਂ 4 ਤੋਂ ਲੈ ਕੇ 6 ਲੱਖ ਦੇ ਵਿੱਚ ਹੈ ਆਪਾਂ ਸਾਰੇ ਮੰਨਦੇ ਹਾਂ ਉਹਦੇ ਪਾਸੇ ਦੂਜੇ ਪਾਸੇ ਜੇ ਆਪਾਂ ਇਹਦੀ ਗੱਲ ਕਰੀਏ ਤਾਂ 1000 ਤੋਂ 1100 ਰੁਪਏ ਪਰ ਡੇ ਦੀ ਕਾਸਟ ਹੈ ਔਰ ਕਿੰਨੇ ਦਿਨ ਕਰਨੀ ਹੈ ਉਹੀ ਅਗਲੀ ਗੱਲ ਇਹ ਹੈ ਕਿ ਸਿਰਫ 10 ਤੋਂ 15 ਦਿਨ ਪ੍ਰੋਸੈਸ ਹੋਣਾ 2 ਹਫ਼ਤਿਆਂ ਦਾ ਪ੍ਰੋਸੈਸ 2 ਹਫ਼ਤਿਆਂ ਪ੍ਰੋਸੈਸ ਮਤਲਬ ਅਗਰ ਆਪਾਂ ਐਵਰੇਜ ਕਾਸਟ ਦੀ ਗੱਲ ਕਰੀਏ 15 ਤੋਂ 20000 ਰੁਪਏ ਜਿਹੜਾ ਆਯੁਰਵੇਦ ਹੈ ਇੱਕ ਨੈਚੁਰਲ ਪ੍ਰੋਸੈਸ ਹੈ ਬਾਤ ਪਿੱਤ ਔਰ ਕਫ 3 ਕਰੈਕਟਰ ਨੇ ਬਾਡੀ ਦੇ ਤਿੰਨੇ ਬੈਲੈਂਸ ਨੇ ਤਾਂ ਬੰਦਾ ਸਵਸਥ ਹੈ ਜਦੋਂ ਫਲੂਇਡ ਘਟ ਗਿਆ ਤਾਂ ਉਹ ਗੈਪ ਘਟ ਜਾਂਦਾ ਬੋਨਸ ਦੇ ਵਿੱਚ ਇਹ ਜਿਹੜਾ ਆਪਾਂ ਥੈਰੇਪੀ ਕਰਾਉਂਦੇ ਆਂਗੇ ਇਹ ਪੋਰ ਕਰਦੇ ਆ ਆਪਾਂ ਇਹ ਦੋਸ਼ਾਂ ਮੁਤਾਬਕ ਹੀ ਅਸੀਂ ਤੇਲ ਯੂਜ਼ ਕਰਦੇ ਆ ਇਹ ਨਹੀਂ ਵੀ ਹਰੇਕ ਬੰਦੇ ਨੂੰ ਇੱਕੇ ਤੇਲ ਦੇਣਾ ਹੈ ਇਹ ਤੇਲ ਜਦੋਂ ਕੁਝ ਟਾਈਮ ਲਈ ਕੁਝ ਟੈਂਪਰੇਚਰ ਤੇ ਰੱਖਿਆ ਜਾਂਦਾ ਇਹ ਪੋਰ ਹੁੰਦਾ ਇਹ ਉਹਨਾਂ ਮਸਲਸ ਨੂੰ ਉਹ ਜੁਆਇੰਟਸ ਨੂੰ ਸਟਰੈਂਥ ਦਿੰਦਾ ਹੈਗਾ ਇਹ ਉਹ ਤੇਲ ਹੈ ਜਿਹੜੀ ਦਵਾਈਆਂ ਨਾਲ ਬਣੇ ਹੈ ਕਿ ਅੰਦਰ ਪ੍ਰੋਪਰਲੀ ਗਰੀਸ ਨੂੰ ਜਾਂ ਸਾਡੀ ਜਿਹੜੀ ਲੁਬਰੀਕੇਸ਼ਨ ਖਤਮ ਹੋ ਗਈ ਉਹਨੂੰ ਇਹ ਦੁਬਾਰਾ ਰਿਵਾਈਵ ਕਰ ਸਕਦਾ ਆਪਣੇ ਬਜ਼ੁਰਗਾਂ ਨੇ ਜੋ ਖੁਰਾਕ ਖਾਈ ਹੈ ਉਹੀ ਡੀਐਨਏ ਆਪਾਂ ਅੱਗੇ ਲੈ ਕੇ ਚੱਲ ਰਹੇ ਹਾਂ ਆਪਾਂ ਉਸ ਡੀਐਨਏ ਨੂੰ ਕਿਵੇਂ ਚੇਂਜ ਕਰਾਂਗੇ ਕਿਵੇਂ ਚੈਲੰਜ ਕਰਾਂਗੇ ਕਿਵੇਂ ਇਹ ਗੱਲ ਨੂੰ ਸਮਝਾਈਏ ਕਿ ਜਦ ਉਹਨਾਂ ਦੇ ਉਹ ਚੀਜ਼ਾਂ ਖੱਪਦੀਆਂ ਸੀ ਤਾਂ ਆਪਾਂ ਕਿਉਂ ਇੰਨੇ ਮਾੜੇ ਹੋ ਗਏ ਕਿ ਖੱਪਦੀਆਂ ਹੀ ਨਹੀਂ ਬਿਲਕੁਲ ਡੇਰੀ ਪ੍ਰੋਡਕਟ ਚੇਂਜ ਬੰਦ ਕਰਾਉਣ ਨਾਲ ਦੇਸੀ ਘਿਓ ਬੰਦ ਕਰਾਉਣ ਨਾਲ ਮਰੀਜ਼ ਨਹੀਂ ਠੀਕ ਹੋ ਸਕਦੇ ਮਰੀਜ਼ਾਂ ਦੀ ਤੁਸੀਂ ਇੱਕ ਅੰਦਰੂਨੀ ਤਾਕਤ ਨੂੰ ਜਿਹਨੂੰ ਇਮਿਊਨਿਟੀ ਕਹਿੰਦੇ ਆ ਆਪਾਂ ਕਮਜ਼ੋਰ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸੁਰਖਾਬ ਦੋਸਤੋ ਸਰਕਾਰ 'ਚ ਬਹੁਤ ਕੁਝ ਚੱਲ ਰਿਹਾ ਸਰਕਾਰ ਦੇ ਨਾਲ ਸਿਆਸੀ ਮਾਹੌਲ ਆ ਪੰਜਾਬ ਦਾ ਉਹ ਵੀ ਕਿਤੇ ਨਾ ਕਿਤੇ ਤਣਾਅ ਵਾਲਾ ਚਿੰਤਾ ਵਾਲਾ ਜ਼ਰੂਰ ਹੈ ਲੇਕਿਨ ਸਾਨੂੰ ਚਿੰਤਾ ਤੁਹਾਡੀ ਸਿਹਤ ਦੀ ਵੀ ਰਹਿੰਦੀ ਹੈ ਕਿ ਮਨੁੱਖੀ ਸਿਹਤ ਨੂੰ ਤੰਦਰੁਸਤ ਕਿਵੇਂ ਬਣਾਇਆ ਜਾਵੇ ਤੇ ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਉਹ ਵਿਸ਼ਾ ਆ ਗੋਡਿਆਂ ਦਾ ਹਾਲਾਂਕਿ ਪੰਜਾਬ 'ਚ ਗੋਡਿਆਂ ਦੇ ਮਰੀਜ਼ ਬਹੁਤ ਜ਼ਿਆਦਾ ਗੋਡਿਆਂ ਦੇ ਟ੍ਰਾਂਸਪਲਾਂਟ ਹੋ ਰਹੇ ਆ ਪਰ ਮੇਰੇ ਨਾਲ ਅੱਜ ਅਜਿਹੇ 2 ਡਾਕਟਰ ਕਹਿ ਦੇਵਾਂ ਜਾਂ ਉਹਨਾਂ ਦੀ ਭਾਸ਼ਾ ਵਿੱਚ 2 ਅਜਿਹੇ ਵੈਦ ਨੇ ਜੋ ਕਹਿੰਦੇ ਨੇ ਕਿ ਗੋਡੇ ਬਦਲਾਉਣ ਦੀ ਲੋੜ ਨਹੀਂ ਹੈ ਸਗੋਂ ਆਯੁਰਵੈਦੀ ਦੇ ਨਾਲ ਅਸੀਂ ਗੋਡਿਆਂ ਦਾ ਇੱਕ ਬਹੁਤ ਵਧੀਆ ਇਲਾਜ ਜਲਦੀ ਤੇ ਸੌਖਾ ਕਰ ਸਕਦੇ ਹਾਂ ਆਯੁਰਵੈਦੀ ਦੇ ਮਾਹਿਰ ਮੇਰੇ ਨਾਲ ਨੇ ਵੈਦਿਆ ਕਰਨ ਜੀ ਨੇ ਤੇ ਵੈਦਿਆ ਜਗਜੀਤ ਜੀ ਨੇ ਮੇਰੇ ਨਾਲ ਨੇ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸੋ ਮੈਂ ਵੈਸੇ ਸਿਆਸੀ ਮਾਹੌਲ ਦੀ ਪਹਿਲਾਂ ਜਾਣ ਕੇ ਗੱਲ ਕੀਤੀ ਸੀ ਕਿਉਂਕਿ ਉਹ ਤਾਂ ਚੱਲਦਾ ਹੀ ਰਹਿਣਾ ਪਰ ਲੋੜ ਲੋਕਾਂ ਦੀ ਸਿਹਤ ਵੱਲ ਵੀ ਧਿਆਨ ਰੱਖਣਾ ਚਾਹੀਦਾ ਸੋ ਕਰਨ ਜੀ ਜੇਕਰ ਅਸੀਂ ਗੋਡਿਆਂ ਦੀ ਗੱਲ ਕਰੀਏ ਗੋਡਿਆਂ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਸਾਰੇ ਮਰੀਜ਼ ਇਹੋ ਜਿਹੇ ਨੇ ਸਿੱਧੇ ਤੌਰ ਤੇ ਡਾਕਟਰ ਕੋਲ ਜਾਂਦੇ ਨੇ ਡਾਕਟਰ ਕਹਿੰਦੇ ਨਹੀਂ ਬਦਲਾ ਲਓ ਸਿੱਧਾ ਹੱਲ ਹੈ ਇਹਦਾ ਬਦਲਾ ਲਓ ਠੀਕ ਨਹੀਂ ਹੋਣਗੇ ਤੁਸੀਂ ਕਹਿੰਦੇ ਹੋ ਕਿ ਠੀਕ ਹੋ ਸਕਦੇ ਨੇ ਦੇਖੋ ਮੈਂ ਜਿਹੜੀ ਮੇਰੀ ਸਮਝ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਲੋੜ ਨਹੀਂ ਹੁੰਦੀ ਕੋਈ ਬਦਲਾਉਣ ਦੀ ਜੇ ਪ੍ਰੋਬਲਮ ਉਹਨਾਂ ਦੀ ਨਸਾਂ 'ਚ ਹੈ ਜਾਂ ਪੈਰਾਂ 'ਚ ਹੈ ਜਾਂ ਗਿੱਟਿਆਂ 'ਚ ਸੋਜਾ ਹੈ ਜੇ ਆਪਾਂ ਉਹਨੂੰ ਹੀ ਠੀਕ ਕਰ ਦਈਏ ਤੇ ਜਿਹੜੀ ਚੱਪਣੀ ਹੈ ਗੋਡਿਆਂ ਦੀ ਉਹਦੇ 'ਚ ਗਰੀਸ ਦਾ ਜਿਹੜਾ ਮੁੱਖ ਰੋਲ ਹੈ ਆਪਾਂ ਸਮਝਦੇ ਹਾਂ ਕਿ ਗਰੀਸ ਜਾਂ ਚੱਪਣੀ ਘਸ ਜਾਂਦੀ ਹੈ ਜੇ ਉਹਨੂੰ ਰਿਵਾਈਵ ਰੀਜੂਨੇਟ ਕਰ ਦਈਏ ਤਾਂ ਮੈਨੂੰ ਮਨ ਲੱਗਦਾ ਕਿ ਮੈਂ ਜਿੰਨੇ ਕਿ ਇੱਥੇ ਮਰੀਜ਼ ਦੇਖਦਾ ਸ਼ਾਇਦ 80 ਤੋਂ 85% ਲੋਕਾਂ ਨੂੰ ਲੋੜ ਹੀ ਨਹੀਂ ਹੈ ਆਪਰੇਸ਼ਨ ਦੀ ਉਹ ਸਿੰਪਲ ਕੁਝ ਵਿਧੀਆਂ ਨਾਲ ਕੁਝ ਦਵਾਈਆਂ ਨਾਲ ਠੀਕ ਹੋ ਸਕਦਾ ਕੁਝ ਕੁ ਦਵਾਈਆਂ ਨਾਲ ਠੀਕ ਹੋ ਸਕਦੇ ਆ ਕੁਝ ਕੁ ਵਿਧੀਆਂ ਨਾਲ ਠੀਕ ਹੋ ਸਕਦੇ ਆ ਪਰ ਉਹ ਡਾਕਟਰਾਂ ਤੇ ਜ਼ਿਆਦਾ ਜਿਸ ਤਰੀਕੇ ਦਾ ਵਿਸ਼ਵਾਸ ਹੈ ਕਿ ਆਪਰੇਟ ਕਰਾਇਆ ਗੋਡਾ ਬਦਲਾਇਆ ਬੋਨ ਕਰਾਫਟਿੰਗ ਕਹਿ ਦਿੰਦੇ ਅਸੀਂ ਉਹ ਕਰਵਾ ਲੈਂਦੇ ਨੇ ਉਹ ਸ਼ਾਇਦ ਉਹਨਾਂ ਨੂੰ ਈਜ਼ੀ ਲੱਗਦਾ ਹੈ ਨਹੀਂ ਜੀ ਈਜ਼ੀ ਨਹੀਂ ਲੱਗਦਾ ਬਲਕਿ ਉਹ ਔਖਾ ਕੰਮ ਹੈਗਾ ਪਰ ਇਹ ਵੀ ਲੋਕਾਂ ਨੂੰ ਨਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਮਾਈਂਡ ਸੈਟ ਬਣ ਗਿਆ ਹੈਗਾ ਵੀ ਆਪਰੇਸ਼ਨ ਮੀਨਸ ਆਪਰੇਸ਼ਨ ਨਾਲ ਅਸੀਂ ਠੀਕ ਹੋ ਜਾਵਾਂਗੇ ਲੇਕਿਨ ਤੁਸੀਂ ਆਪ ਦੇਖੋ ਵੀ ਕਿੰਨੇ ਕੁ ਲੋਕ ਨੇ ਜਿਹੜੇ ਉਹ ਆਪਰੇਸ਼ਨ ਕਰਾਉਣ ਤੋਂ ਬਾਅਦ ਠੀਕ ਹੋਏ ਨੇ ਜਿਹੜਾ ਆਯੁਰਵੇਦ ਹੈ ਇਹ ਇੱਕ ਨੈਚੁਰਲ ਪ੍ਰੋਸੈਸ ਹੈ
ਬਾਤ, ਪਿੱਤ ਔਰ ਕਫ, ਤਿੰਨ ਕਰੈਕਟਰ ਨੇ ਬਾਡੀ ਦੇ, ਤਿੰਨੇ ਬੈਲੈਂਸ ਨੇ ਤਾਂ ਬੰਦਾ ਸਵਸਥ ਹੈ। ਬਿਲਕੁਲ ਇਹ ਵਾਯੂ ਜਦੋਂ ਵੱਧਦਾ ਹੈਗਾ, ਜੇ ਅਸੀਂ ਕਾਰਨ ਨੂੰ ਠੀਕ ਨਹੀਂ ਕਰਾਂਗੇ, ਆਪਾਂ ਸਪੋਜ਼ ਕਰੋ ਵੀ ਉਹਦਾ ਵਾਯੂ ਵੱਧ ਗਿਆ, ਠੀਕ ਹੈ, ਵਾਯੂ ਠੀਕ ਨਹੀਂ ਕਰਿਆ, ਸਿਰਫ ਗੋਡਾ ਬਦਲਵਾ ਲਿਆ, ਗੋਡਾ ਬਦਲਾ ਲਿਆ, ਤਾਂ ਉਹ ਗੋਡਾ ਜਿਹੜਾ ਹੈ ਉਹ ਗਿੱਟਿਆਂ ਵਿੱਚ ਪ੍ਰੋਬਲਮ ਕਰ ਸਕਦਾ ਵਾਯੂ, ਉਹ ਸ਼ੋਲਡਰ ਵਿੱਚ ਆ ਸਕਦਾ ਹੈਗਾ। ਫਿਰ ਆਪਾਂ ਕਿਹੜੀ ਕਿਹੜੀ ਚੀਜ਼ਾਂ ਬਦਲਾਈ ਜਾਵਾਂਗੇ, ਕਿਉਂ ਨਾ ਆਪਾਂ ਆਯੁਰਵੇਦ ਦੇ ਤਰੀਕੇ ਦੇ ਨਾਲ ਉਹ ਵਾਯੂ ਨੂੰ ਬੈਲੈਂਸ ਕਰ ਲਈਏ। ਗੈਸਟਰਾਈਟਿਸ ਹੈ, ਕੌਨਸਟੀਪੇਸ਼ਨ ਹੈ, ਹਾਈਪਰ ਐਸਿਡਿਟੀ ਹੈ, ਤੇਜ਼ਾਬ ਜ਼ਿਆਦਾ ਬਣ ਰਿਹਾ ਹੈ, ਅਗਰ ਆਪਾਂ ਉਹ ਆਪਣਾ ਪਾਚਨ ਤੰਤਰ ਠੀਕ ਕਰ ਲਈਏ, ਵਾਯੂ ਨੂੰ ਬੈਲੈਂਸ ਕਰ ਲਈਏ, ਤਾਂ ਮੇਰਾ ਖਿਆਲ ਹੈ ਗੋਡਾ ਬਦਲਾਉਣ ਦੀ ਲੋੜ ਨਹੀਂ ਪੈਂਦੀ ਹੈ। ਜੀ ਤੁਸੀਂ ਵਾਯੂ ਜਿਸ ਤਰੀਕੇ ਨਾਲ ਸਮਝਾ ਰਹੇ ਹੋ, ਥੋੜਾ ਜਿਹਾ ਜਿਹੜੀ ਆ ਥੈਰੇਪੀ ਹੈ ਇਸ ਦਾ ਇੱਕ ਵਾਰੀ ਪ੍ਰੈਕਟੀਕਲ ਦੱਸ ਦਿਓ ਕਿ ਵਾਯੂ ਕਿਸ ਤਰੀਕੇ ਦਾ ਅਸਰ ਪਾਉਂਦਾ ਆ, ਜਾਂ ਕਿਵੇਂ ਗੋਡਾ ਖਰਾਬ ਹੋਣ ਤੋਂ ਪਹਿਲਾਂ ਦੀ ਕੰਡੀਸ਼ਨ ਤੇ ਗੋਡਾ ਖਰਾਬ ਹੋਣ ਤੋਂ ਬਾਅਦ ਦੀ ਕੰਡੀਸ਼ਨ ਕੀ ਹੈ। ਦੇਖੋ, ਗੋਡਾ ਜਦੋਂ ਸੈਨੂਬਲ ਫਲੂਇਡ ਘਟ ਗਿਆ, ਠੀਕ ਹੈ, ਕਿਉਂਕਿ ਸਾਡਾ ਇੱਕ ਨੈਚੁਰਲ ਪਰਮਾਤਮਾ ਨੇ ਹਰ ਇੱਕ ਫਲੂਇਡ ਜਿਹਨੂੰ ਅਸੀਂ ਗਰੀਸ ਕਹਿੰਦੇ ਗਰੀਸ ਕਹਿੰਦੇ ਨੇ, ਠੀਕ ਹੈ, ਜਦੋਂ ਫਲੂਇਡ ਘਟ ਗਿਆ ਤਾਂ ਉਹ ਗੈਪ ਘਟ ਜਾਂਦਾ ਬੋਨਸ ਦੇ ਵਿੱਚ। ਇਹ ਜਿਹੜਾ ਆਪਾਂ ਥੈਰੇਪੀ ਕਰਾਉਂਦੇ ਆਂਗੇ, ਇਹ ਪੋਰ ਕਰਦੇ ਆ ਆਪਾਂ, ਇਹ ਦੋਸ਼ਾਂ ਮੁਤਾਬਕ ਹੀ ਅਸੀਂ ਤੇਲ ਯੂਜ਼ ਕਰਦੇ ਆ। ਇਹ ਨਹੀਂ ਵੀ ਹਰੇਕ ਬੰਦੇ ਨੂੰ ਇੱਕੇ ਤੇਲ ਦੇਣਾ ਹੈਗਾ। ਜੇ ਮੰਨ ਲਓ ਉਹਦਾ ਵਾਯੂ ਜ਼ਿਆਦਾ ਵਧਿਆ ਹੋਇਆ, ਜਾਂ ਕਫਜ ਵਾਯੂ ਹੈ, ਕਫਜ ਦਾ ਆਵਰਣ ਹੈਗਾ, ਜਾਂ ਉਹਦੀ ਪ੍ਰਕਿਰਤੀ ਪਿੱਤ ਹੈਗੀ, ਉਹ ਪ੍ਰਕਿਰਤੀ ਦੇ ਮੁਤਾਬਕ ਹੀ ਅਸੀਂ ਜਿਹੜਾ ਇਸ ਥੈਰੇਪੀ ਵਾਸਤੇ, ਜਿਹਨੂੰ ਅਸੀਂ ਜਾਨੂ ਬਸਤੀ ਕਹਿੰਦੇ ਆ, ਜਾਨੂ ਲੇਪ ਔਰ ਜਾਨੂ ਬਸਤੀ, ਇਹ ਤੇਲ ਜਦੋਂ ਕੁਝ ਟਾਈਮ ਲਈ ਕੁਝ ਟੈਂਪਰੇਚਰ ਤੇ ਰੱਖਿਆ ਜਾਂਦਾ ਹੈ, ਇਹ ਪੋਰ ਹੁੰਦਾ ਹੈ। ਇਹ ਉਹਨਾਂ ਮਸਲਸ ਨੂੰ, ਉਹ ਜੁਆਇੰਟਸ ਨੂੰ ਸਟਰੈਂਥ ਦਿੰਦਾ ਹੈਗਾ। ਪਲੱਸ ਜਿਹੜੀ ਸਾਡੀ ਮੈਡੀਕੇਸ਼ਨ ਹੈ ਉਹ ਵਾਯੂ ਠੀਕ, ਜੇ ਮੈਂ ਤੁਹਾਨੂੰ ਕੌਨਸਟੀਪੇਸ਼ਨ ਦਾ ਜ਼ਿਕਰ ਕਰਿਆ, ਹਾਈਪਰ ਐਸਿਡਿਟੀ ਦਾ ਜ਼ਿਕਰ ਕਰਿਆ, ਇਹ ਜਦ ਤੱਕ ਅਸੀਂ ਉਸ ਨੂੰ ਠੀਕ ਨਹੀਂ ਕਰਾਂਗੇ, ਵਾਯੂ ਤਾਂ ਫਿਰ ਬਣਦਾ ਜਾਏਗਾ। ਵਾਯੂ ਡਿਸਟਰਬ ਹੋ ਕੇ ਸ਼ਾਖਾਵਾਂ ਜਾਂਦਾ ਹੈ, ਸ਼ਾਖਾ ਮੰਗ ਇਹਨਾਂ ਨੂੰ ਜ਼ਿਆਦਾ ਡਿਸਟਰਬ ਕਰਦਾ ਹੈ, ਜਿੱਥੇ ਮੇਨ ਬਾਡੀ ਦਾ ਲੋਡ ਪੈ ਰਿਹਾ, weight ਪੈ ਰਿਹਾ ਹੈਗਾ। ਤਾਂ ਜਦ ਤੱਕ ਅਸੀਂ ਉਹ ਵਾਯੂ ਨੂੰ ਨਹੀਂ ਬੈਲੈਂਸ ਕਰਾਂਗੇ ਮੈਡੀਕੇਸ਼ਨ ਦੇ ਨਾਲ, ਪਲੱਸ ਲੋਕਲੀ ਉਹਦੀ ਇਨਫਲਾਮੇਸ਼ਨ ਉਤਾਰਨ ਲਈ, ਉਹਦੀ ਜਿਹੜੀ ਗਰੀਸ ਘਟ ਗਈ ਹੈ ਉਹਨੂੰ ਉੱਥੇ ਪੋਰ ਕਰਕੇ ਤੇਲ ਜਦੋਂ ਪਾਵਾਂਗੇ, ਦੋਨੋਂ ਤਰੀਕੇ ਨਾਲ, ਐਕਸਟਰਨਲ ਵੀ ਔਰ ਇੰਟਰਨਲ ਵੀ, ਬਹੁਤ ਹੀ ਸਾਇੰਟੀਫਿਕ ਔਰ ਬਹੁਤ ਹੀ ਅਥੈਂਟਿਕ ਟ੍ਰੀਟਮੈਂਟ ਹੈ। ਗੋਡੇ ਦੀ ਹਾਲਤ ਕੀ ਹੁੰਦੀ ਹੈ ਤੁਹਾਨੂੰ, ਮਤਲਬ ਜੇ ਅਸੀਂ ਕਹਿ ਦਈਏ ਕਿ ਇੱਕ ਮਰੀਜ਼ ਹੈ, ਇੱਕ ਨੌਜਵਾਨ ਮਰੀਜ਼ ਹੈ, ਉਸਦੇ ਗੋਡਿਆਂ ਖਰਾਬ ਹੋਣ ਦੀ ਸ਼ੁਰੂਆਤ ਕੀ ਹੈ। ਦੇਖੋ, ਪਹਿਲੀ ਸਿੰਪਟਮ ਨਾ ਗੋਡਿਆਂ ਚੋਂ ਜਾਂ ਕਿਸੇ ਵੀ ਜੁਆਇੰਟ ਚੋਂ ਕ੍ਰਿਪਟਸ ਆਵਾਜ਼ ਆਉਂਦੀ ਹੈ। ਜਦ ਆਪਾਂ ਇਹ ਸਮਝੀਏ ਆਵਾਜ਼, ਬਹੁਤ ਸਾਰੇ ਪੇਸ਼ੈਂਟ ਨੂੰ ਮਹਿਸੂਸ ਹੁੰਦਾ ਕਿ ਕੋਈ ਵੀ ਕੰਮ ਕਰ ਲਵੇ ਜਾਂ ਸੀੜੀਆਂ ਚੜ੍ਹਨ ਲੱਗੇ ਉਤਰਨ ਲੱਗੇ, ਉਹਨਾਂ ਦੇ ਗੋਡਿਆਂ ਚੋਂ ਕ੍ਰਿਪਟਸ ਆਵਾਜ਼, ਕੜਕ ਕੜਕ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਵਾਜ਼ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਸਾਈਨੋਵਲ ਫਲੂਇਡ ਹੈ, ਜਿਹੜਾ ਜੁਆਇੰਟ ਦੇ ਵਿੱਚ ਹੁੰਦਾ ਹੈ, ਉਹ ਘਟਣਾ ਸ਼ੁਰੂ ਹੋ ਗਿਆ। ਠੀਕ ਹੈ, ਔਰ ਜਦੋਂ ਘਟਦਾ ਹੈ ਤਾਂ ਉਹਦਾ ਮੇਨ ਕਾਰਨ ਸਾਡੀ ਬਾਡੀ ਦਾ ਵਾਤ, ਮਤਲਬ ਅਸੀਂ ਰੂਕਸ਼ਨ ਕਹਿੰਦੇ ਆ, ਜਾਂ ਅਸੀਂ ਕਹਿੰਦੇ ਜਿਹੜਾ ਵਾਤ ਦੋਸ਼ ਹੈ ਉਹ ਇੰਬੈਲੈਂਸ ਹੋ ਗਿਆ। ਜੇ ਆਪਾਂ ਉਸ ਤੇ ਹੀ ਪੇਸ਼ੈਂਟ ਨੂੰ ਇਲਾਜ ਸ਼ੁਰੂ ਕਰ ਦਈਏ ਤਾਂ ਮੈਨੂੰ ਲੱਗਦਾ ਕਿ ਅਗਲੀ ਜਿਹੜੀ ਸਟੇਜ ਹੈ ਉਹਦੀ ਨੌਬਤ ਹੀ ਨਹੀਂ ਆਉਂਦੀ। ਪਰ ਬਹੁਤੇ ਲੋਕ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ, ਉਹ ਕਹਿੰਦੇ ਨੇ ਵੀ ਠੀਕ ਹੈ, ਉਮਰ ਦਾ ਥੋੜਾ ਜਿਹਾ ਫਰਕ ਪੈ ਗਿਆ, ਜਾਂ ਵੈਸੇ ਉਹਨੂੰ ਉਹਨਾਂ ਗੰਭੀਰਤਾ ਨਾਲ ਲੈਂਦੇ ਨੇ। ਉਹਦਾ ਕਾਰਨ ਇਹ ਹੈ ਜੀ, ਲੈਕ ਆਫ ਨੌਲੇਜ। ਠੀਕ ਹੈ, ਆਪਾਂ ਨੂੰ ਅਵੇਅਰਨੈਸ ਨਹੀਂ ਹੈ ਕਿ ਛੋਟੀ ਜੀ ਜਿਹੜੀ ਸਿੰਪਟਮ ਹੈ ਉਹੀ ਵੱਡੀ ਬਿਮਾਰੀ ਦਾ ਕਾਰਨ ਹੈ। ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਅੱਜ, ਹਰ ਬੰਦੇ ਦੀ ਤਸਵੀਰ ਅਲੱਗ ਹੈ, ਹਰ ਬੰਦੇ ਦਾ ਇਲਾਜ ਅਲੱਗ ਹੈ। ਮੈਂ ਇਹ ਗੱਲ ਤੁਹਾਡੇ ਕੈਮਰੇ ਤੇ ਬੜਾ ਕਹਿਣਾ ਚਾਹੁੰਦਾ ਕਿ ਇੱਕ ਕੱਲੀ ਆਯੁਰਵੇਦ ਸਾਇੰਸ ਹੈ ਜਿਹੜੀ ਮਨੁੱਖਤਾ ਦੀ ਤਸਵੀਰ ਨੂੰ ਸਮਝ ਕੇ ਇਲਾਜ ਕਰਦੀ ਹੈ। ਇਹ ਕੱਲੀ ਸਾਇੰਸ ਹੈ ਜਿਹਦਾ ਆਧਾਰ ਤੁਹਾਡਾ ਆਪਣਾ DNA ਹੈ, ਤੁਹਾਡਾ ਆਪਣੀ ਤਸਵੀਰ ਹੈ। ਆਪਾਂ ਸਭ ਜਾਣਦੇ ਹਾਂ DNA ਸਭ ਦਾ ਵੱਖ ਹੈ। ਉਸ DNA ਨੂੰ ਸਮਝਣਾ ਤੇ ਉਹਦਾ ਇਲਾਜ ਉਹਦੇ ਆਧਾਰ ਤੇ ਕਰਨਾ, ਇਹ ਸਭ ਤੋਂ ਜ਼ਰੂਰੀ ਹੈ। ਇਹ ਸਿਰਫ ਆਯੁਰਵੇਦ ਦੇ ਬਸ 'ਚ ਹੈ, ਕਿਉਂਕਿ ਜੇ ਆਪਾਂ ਗੱਲ ਕਰੀਏ ਵਾਤ, ਪਿੱਤ, ਕਫ, ਇਹ ਤਿੰਨ ਐਲੀਮੈਂਟ ਵੱਖ-ਵੱਖ ਹੈ। ਤੇ ਜ਼ਰੂਰੀ ਨਹੀਂ ਗੋਡਿਆਂ ਦਾ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ, ਜਦ ਸਾਨੂੰ ਬਾਡੀ 'ਚ ਪ੍ਰੈਸ਼ਰ ਸ਼ੁਰੂ ਹੋ ਗਿਆ ਬਣਨਾ। ਉਹ ਪ੍ਰੈਸ਼ਰ ਜਦ ਬਣਦਾ ਹੈ ਤੇ ਆਪਾਂ ਰਿਲੀਜ਼ ਨਹੀਂ ਕੀਤਾ ਉਹ ਪ੍ਰੈਸ਼ਰ ਨੂੰ, ਉਹ ਪ੍ਰੈਸ਼ਰ ਹੌਲੀ-ਹੌਲੀ ਗਿੱਟਿਆਂ ਦੇ ਸੋਜਾ ਆ ਗਿਆ, ਗੋਡੇ ਦੇ ਸੋਜਾ ਆ ਗਿਆ, ਤੇ ਨੌਬਤ ਇਹ ਆ ਗਈ ਕਿ ਜਿਹੜਾ ਪ੍ਰੈਸ਼ਰ ਬਣਿਆ ਉਹ ਗੋਡੇ ਦੀ ਜਿਹੜੀ ਬੋਨਸ ਹੈ ਉਹ ਤੇ ਪੈ ਕੇ ਗੋਡਿਆਂ ਦੀ ਜਿਹੜੀ ਬੋਨਸ ਨੂੰ ਉਹਨੇ ਕੱਸਣਾ ਸ਼ੁਰੂ ਕਰਤਾ। ਉਹਦੇ ਵਿੱਚ ਫ੍ਰਿਕਸ਼ਨ ਪੈਦਾ ਹੋ ਗਈ। ਜਦੋਂ ਫ੍ਰਿਕਸ਼ਨ ਪੈਦਾ ਹੋਏਗੀ, ਉਸ ਫ੍ਰਿਕਸ਼ਨ ਨੂੰ ਰਿਵਾਈਵ ਕਰਨਾ, ਰੀਜੂਨੇਟ ਕਰਨਾ, ਇਹ ਆਯੁਰਵੇਦ ਦੇ ਬਸ 'ਚ ਹੈ। ਤੁਸੀਂ ਕਹਿ ਰਹੇ ਹੋ ਕਿ ਗੋਡਿਆਂ ਦੇ ਵਿੱਚ ਜਾਂ ਜੁਆਇੰਟਸ ਦੇ ਵਿੱਚ ਸਿੱਧੇ ਤੌਰ ਤੇ ਅਸੀਂ ਕਹਿ ਦਈਏ ਵੀ ਜਿਹਨੂੰ ਅਸੀਂ ਗਰੀਸ ਕਹਿ ਦਿੰਦੇ ਆ, ਉਹ ਘਟ ਗਈ। ਇਹ ਕਿਸ ਲੈਵਲ ਤੋਂ ਜਾ ਕੇ ਸ਼ੁਰੂ ਹੁੰਦਾ, ਮਤਲਬ ਉਮਰ ਦੇ ਕਿਸ ਪੜਾਅ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਹ ਚੀਜ਼ ਖਾਸ ਤੌਰ ਤੇ ਕਿਹੜੇ ਬੰਦੇ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ? ਇਹ ਬਿਲਕੁਲ ਚੰਗਾ ਕੁਐਸਚਨ ਹੈ, ਕਿਹੜੇ ਬੰਦਿਆਂ ਨੂੰ ਜ਼ਿਆਦਾ ਹੁੰਦੀ ਹੈ।
ਪਹਿਲਾ ਆਨਸਰ ਤੁਹਾਡਾ ਇਹ ਹੈ ਕਿ ਕਿਸ ਅੱਜਕੱਲ ਜੋ ਅਸੀਂ ਪਹਿਲਾਂ ਹੁੰਦਾ ਸੀ ਕਿ 40 ਸਾਲ ਜਾਂ 45 ਸਾਲ ਤੋਂ ਬਾਅਦ ਤਕਾਜ਼ਾ ਕਹਿ ਲੈਂਦੇ ਸੀ ਕਿ ਉਮਰ 40 45 ਸਾਲ ਤੋਂ ਬਾਅਦ ਗੋਡਿਆਂ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ। ਪਰ ਅੱਜ ਸਿਨੈਰੀਓ ਚੇਂਜ ਹੋ ਗਿਆ ਕਿਉਂਕਿ ਆਪਣਾ ਖਾਣ ਪੀਣ ਰਹਿਣ ਸਹਿਣ ਥੋੜਾ ਵੱਖ ਹੋ ਗਿਆ। ਆਪਾਂ ਮਾਡਰਨ ਦੇ ਚੱਕਰ 'ਚ ਆਪਣੀ ਜਿਹੜੀ ਬੇਸਿਕ ਖੁਰਾਕ ਹੈ ਉਹਨੂੰ ਭੁੱਲ ਚੁੱਕੇ ਹਾਂ, ਜਿਹਦੇ ਵਿੱਚ ਬਹੁਤ ਚੰਗੀਆਂ ਲੁਬਰੀਕੇਸ਼ਨ, ਆਪਾਂ ਦੇਸੀ ਘਿਓ ਨਹੀਂ ਭੁੱਲ ਚੁੱਕੇ ਹਾਂ। ਆਪਾਂ ਨੂੰ ਲੱਗਦਾ ਦੇਸੀ ਘਿਓ ਸਾਡੇ ਲਈ ਇੱਕ ਸਾਈਡ ਇਫੈਕਟ ਹੈ, ਕਿਉਂਕਿ ਸਾਡੇ ਮਾਈਂਡਸੈਟ ਨੂੰ ਪ੍ਰਪੇਅਰ ਕੀਤਾ ਗਿਆ, ਟ੍ਰੇਨ ਕੀਤਾ ਗਿਆ ਕਿ ਦੇਸੀ ਘਿਓ ਖਾਓਗੇ ਤਾਂ ਹਾਰਟ ਦੇ ਮਰੀਜ਼ ਬਣ ਜਾਓਗੇ, ਦੇਸੀ ਘਿਓ ਖਾਓਗੇ ਤਾਂ ਆਹ ਪ੍ਰੋਬਲਮ ਆ ਗਈ। ਬੇਸਿਕ ਦੇਖੋ ਤੁਸੀਂ ਕਿਸੇ ਦੇਖੋ ਦਿਲ ਦਾ ਮਰੀਜ਼ ਜਾਂਦਾ ਸਭ ਤੋਂ ਪਹਿਲਾਂ ਡੇਅਰੀ ਪ੍ਰੋਡਕਟ ਹੀ ਬੰਦ ਕਰਦੇ ਆ। ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਜੀ, ਆਪਣੇ ਬਜ਼ੁਰਗਾਂ ਨੇ ਜੋ ਖੁਰਾਕ ਖਾਈ ਹੈ ਉਹੀ ਡੀਐਨਏ ਆਪਾਂ ਅੱਗੇ ਲੈ ਕੇ ਚੱਲ ਰਹੇ ਹਾਂ। ਆਪਾਂ ਉਸ ਡੀਐਨਏ ਨੂੰ ਕਿਵੇਂ ਚੇਂਜ ਕਰਾਂਗੇ, ਕਿਵੇਂ ਚੈਲੰਜ ਕਰਾਂਗੇ, ਕਿਵੇਂ ਇਹ ਗੱਲ ਨੂੰ ਸਮਝਾਈਏ ਕਿ ਜਦ ਉਹਨਾਂ ਦੇ ਉਹ ਚੀਜ਼ਾਂ ਖੱਪਦੀਆਂ ਸੀ ਤਾਂ ਆਪਾਂ ਕਿਉਂ ਇੰਨੇ ਮਾੜੇ ਹੋ ਗਏ ਕਿ ਖੱਪਦੀਆਂ ਨਹੀਂ। ਬਿਲਕੁਲ ਡੇਅਰੀ ਪ੍ਰੋਡਕਟ ਚੇਂਜ ਬੰਦ ਕਰਾਉਣ ਨਾਲ, ਦੇਸੀ ਘਿਓ ਬੰਦ ਕਰਾਉਣ ਨਾਲ ਮਰੀਜ਼ ਨਹੀਂ ਠੀਕ ਹੋ ਸਕਦੇ। ਮਰੀਜ਼ਾਂ ਦੀ ਤੁਸੀਂ ਇੱਕ ਅੰਦਰੂਨੀ ਤਾਕਤ ਨੂੰ, ਜਿਹਨੂੰ ਇਮਿਊਨਿਟੀ ਕਹਿੰਦੇ ਆ, ਆਪਾਂ ਕਮਜ਼ੋਰ ਕਰ ਰਹੇ ਹਾਂ। ਆਪਾਂ ਇਮਿਊਨਿਟੀ ਨੂੰ ਜੇ ਥੋੜਾ ਜਿਹਾ ਸਮਝ ਕੇ ਜਾਂ ਇਹ ਸਮਝੀਏ ਕਿ ਜਿਸ ਬੰਦੇ ਦੀ ਵਾਤ ਪ੍ਰਕਿਰਤੀ ਹੈ, ਮੈਂ ਦੂਜਾ ਕੁਐਸਚਨ ਤੁਹਾਨੂੰ ਜਵਾਬ ਦਿੰਦਾ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਬਾਡੀ ਬੈਕ ਹੋਰ ਹੈ ਜਾਂ ਵਾਦੀ ਹੈ, ਉਹਨਾਂ ਵਿੱਚ ਗੋਡਿਆਂ ਦੀ, ਮੋਢੇ ਦੀ, ਬੈਕ ਪੇਨ, ਜੁਆਇੰਟ ਪੇਨ ਦੀ ਪ੍ਰੋਬਲਮ ਵੱਧ ਆਉਂਦੀ ਹੈ। ਉਹਨਾਂ ਨੂੰ ਉਮਰ ਦਾ ਕੋਈ ਲਿਮਿਟੇਸ਼ਨ ਨਹੀਂ, ਹੋ ਸਕਦਾ 20 ਸਾਲ ਦੀ ਉਮਰ 'ਚ ਵੀ ਆ ਜਾਏ। ਇਲਾਜ ਉੱਥੇ ਹੀ ਹੈ ਕਿ ਆਪਾਂ ਜੜ ਨੂੰ ਸਮਝਣਾ, ਉਹਦਾ ਕਾਰਨ ਸਮਝ ਕੇ ਇਲਾਜ ਜੇ ਕਰਿਆ ਜਾਵੇ ਤਾਂ ਡੈਫੀਨਿਟਲੀ ਇਲਾਜ ਵਧੀਆ ਹੁੰਦਾ। ਯਾਨੀ ਕਿ ਮੈਂ ਸਿੱਧੇ ਤੌਰ ਤੇ ਜਗਜੀਤ ਜੀ ਇਹ ਕਹਿ ਲਾਂ ਵੀ ਇਹ ਗੋਡਾ ਬਦਲਣ ਵਾਲੀ ਤਿਆਰੀ ਨਹੀਂ ਹੈਗੀ, ਇਹ ਗੋਡਾ ਬਦਲਣ ਦਾ ਕੰਮ ਨਹੀਂ ਹੈਗਾ। ਇਹਦੇ ਜੜ ਤੋਂ ਤੁਸੀਂ ਸ਼ੁਰੂਆਤ ਕਰਦੇ ਹੋ, ਜੜ ਲੱਭਦੇ ਹੋ ਤੇ ਇਹਨੂੰ ਠੀਕ ਕਰਦੇ ਹੋ। ਜਿਵੇਂ ਆਪਾਂ ਕਹਿ ਲਈਏ ਨਾ ਜੀ, ਅਸੀਂ ਮੈਨੇਜਮੈਂਟ ਨਹੀਂ ਕਰ ਰਹੇ, ਅਸੀਂ ਕਿਉਰ ਕਰ ਰਹੇ ਹਾਂ। ਠੀਕ ਹੈ। ਜੇ ਮੰਨ ਲਓ ਇੱਥੇ ਇਸ ਜੁਆਇੰਟ ਦੇ ਵਿੱਚ ਵਾਯੂ ਬੈਲੈਂਸ ਹੋ ਜਾਏਗੀ, ਜਿਹੜਾ ਨਸਾਂ ਦਾ ਪ੍ਰੈਸ਼ਰ ਪੈ ਰਹੇਗਾ ਜਾਂ ਮਸਕੂਲਰ ਸਿਸਟਮ ਵੀਕ ਹੋ ਰਹੇਗਾ, ਅਗਰ ਅਸੀਂ ਉਹਨੂੰ ਠੀਕ ਕਰ ਲਾਂਗੇ ਤਾਂ ਅੱਗੇ ਸ਼ੋਲਡਰ ਦੇ ਵਿੱਚ, ਐਂਕਲ ਦੇ ਵਿੱਚ ਜਾਂ ਕਿਤੇ ਵੀ ਹਿੱਪ ਦੇ ਵਿੱਚ ਕਿਤੇ ਵੀ ਉਹ ਜਿਹੜਾ ਵਾਯੂ ਦਾ ਪ੍ਰੈਸ਼ਰ ਉਹ ਘਟ ਜਾਏਗਾ ਔਰ ਉਹ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ। ਅਸੀਂ ਦੇਖਦੇ ਹਾਂ ਕਿ ਆਪਦੇ ਟ੍ਰੀਟਮੈਂਟ ਦੇ ਵਿੱਚ ਜਦੋਂ ਅਸੀਂ ਨੀਜ਼ ਨੂੰ ਠੀਕ ਕਰਦੇ ਹਾਂ, ਸਾਡਾ ਜਿਹੜਾ ਟ੍ਰੀਟਮੈਂਟ ਹੈ ਨਾ, ਇਹ ਬ੍ਰੌਡ ਸਪੈਕਟਰਮ ਹੈ। ਇਹ ਨਹੀਂ ਹੈ ਵੀ ਜੇ ਇੱਥੇ ਦਰਦ ਹੋ ਰਿਹਾ ਤਾਂ ਇਹ ਪੇਨ ਕਿਲਰ ਦੇ ਦਿਓ, ਇੱਥੇ ਦਰਦ ਹੋ ਰਿਹਾ ਤਾਂ ਇੱਕ ਹੋਰ ਪੇਨ ਕਿਲਰ ਦੇ ਦਿਓ, ਇਹ ਨਹੀਂ ਹੈ। ਅਸੀਂ ਦੇਖਦੇ ਹਾਂ ਵੀ ਇਹ ਵਾਯੂ ਵਧੀ ਹੈ, ਵਾਯੂ ਕਿਸ ਲੈਵਲ 'ਤੇ ਵਧੀ ਹੈ। ਇੱਕ ਜਿਹੜੀ ਸਾਨੂੰ ਸਭ ਤੋਂ ਵੱਡੀ ਧਿਆਨ ਰੱਖਣੀ ਪੈਂਦੀ ਹੈ ਨਾ ਜੀ, ਉਹ ਸਾਨੂੰ ਹਿਸਟਰੀ ਲੈਣੀ ਪੈਂਦੀ ਹੈ ਪੇਸ਼ੈਂਟ ਦੀ, ਮੈਡੀਕੇਸ਼ਨ ਦੀ, ਵੀ ਉਹ ਦਵਾਈਆਂ ਕਿਸ ਲੈਵਲ 'ਤੇ ਖਾ ਕੇ ਆਇਆ। ਹੁਣ ਸਾਡੇ ਤੋਂ ਆਮ ਤੌਰ 'ਤੇ ਪੇਸ਼ੈਂਟ ਸਟੀਰੋਇਡ ਖਾ ਕੇ ਆਉਂਦੇ ਨੇ, ਜਿਹੜੇ ਕਿ ਐਮਰਜੈਂਸੀ ਡਰੱਗਸ ਨੇ। ਉਹ ਐਮਰਜੈਂਸੀ ਡਰੱਗਸ ਲੈ ਕੇ ਫਿਰ ਸਾਨੂੰ ਉੱਥੋਂ ਇਹ ਅੰਦਾਜ਼ਾ ਹੋ ਜਾਂਦਾ ਹੈ, ਇਹ ਅਸੈਸਮੈਂਟ ਹੋ ਜਾਂਦੀ ਹੈ, ਜੋ ਅਸੀਂ ਨਾੜੀ ਦੇਖਦੇ ਹਾਂ ਕਿ ਉਹਨਾਂ ਦੀ ਬਾਡੀ ਦੀ ਇਮਿਊਨਿਟੀ ਇਸ ਲੈਵਲ ਤੱਕ ਵੀਕ ਹੋ ਚੁੱਕੀ ਹੈ। ਸਾਨੂੰ ਉਹਨਾਂ ਨੂੰ 14 ਦੀ ਬਜਾਏ 21 ਦਿਨ ਵੀ ਜਿਹੜਾ ਹੈ ਇਹ ਥੈਰੇਪੀ ਕਰਾਉਣੀ ਪੈ ਸਕਦੀ ਹੈ। ਸੋ ਇਹ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਲਿਸਨਰ ਨੇ ਆਪਣੇ ਸੁਣਨ ਵਾਲੇ, ਵੀ ਇਹ ਆਯੁਰਵੇਦ ਦੀ ਉਹ ਥੈਰੇਪੀ, ਉਹ ਥਿਊਰੀ ਹੈ, ਉਹ ਟ੍ਰੀਟਮੈਂਟ ਹੈ ਜਿਹੜਾ ਕਿ ਜੜ ਤੋਂ ਠੀਕ ਕਰਦਾ ਹੈ। ਔਰ ਤੁਸੀਂ ਜੇ ਕਿਤੇ ਵੀ ਕੋਈ ਹੋਰ ਟ੍ਰੀਟਮੈਂਟ ਕਰਵਾਉਂਦੇ ਹੋ, ਜਾਂ ਤੁਸੀਂ ਗੋਡਾ ਬਦਲਵਾਉਂਦੇ ਹੋ, ਜਾਂ ਤੁਸੀਂ ਆਪਰੇਸ਼ਨ ਕਰਵਾਉਂਦੇ ਹੋ, ਉਹ ਕਦੇ ਜੜ ਤੋਂ ਠੀਕ ਨਹੀਂ ਹੁੰਦਾ। ਤੁਸੀਂ ਆਪ ਵੀ ਦੇਖ ਲਓ ਵੀ ਜਿਹੜੇ ਹੋਰ ਲੋਕਾਂ ਨੇ ਸਾਲ 2 ਸਾਲ ਹੋ ਗਏ ਉਹਨਾਂ ਦਾ ਕੀ ਹਾਲ ਹੈ, ਔਰ ਜਿਹੜੇ ਇਸ ਥਿਊਰੀ 'ਤੇ ਨੇਗੇ ਉਹਨਾਂ ਦਾ ਹਾਲ, ਦੋਨਾਂ ਦਾ ਕੰਪੈਰੀਜ਼ਨ ਕਰਕੇ ਦੇਖ ਲਓ। ਇਹ ਇੱਕ ਤਾਂ ਇਹਦੇ ਵਿੱਚ ਮੈਡੀਸਨ ਨੈਚੁਰਲ ਖਾਣੀ ਪਏਗੀ, ਜਿਹਦਾ ਕਿ ਹੋਰ ਕਿਸੇ ਆਰਗਨ ਦੇ ਸਾਈਡ ਇਫੈਕਟ ਨਹੀਂ ਹੈ। ਕਿੰਨੀਆਂ ਲੰਬੀ ਲਿਸਟ ਆਪਣੇ ਕੋਲ, ਆਪਾਂ ਵੱਡੇ ਵੱਡੇ ਲੋਕਾਂ ਨੂੰ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਐਨਐਸਟੀਰੋਇਡ ਖਵਾ ਕੇ ਉਹਨਾਂ ਦੀ ਡੈਥ ਆਖਰ ਨੂੰ ਬਹੁਤ ਜਲਦੀ ਆ ਜਾਂਦੀ ਹੈ। ਬਿਲਕੁਲ। ਤਾਂ ਲੇਕਿਨ ਇਹ ਇੱਕ ਨੈਚੁਰਲ ਪ੍ਰੋਸੈਸ ਹੈ। ਔਰ ਆਯੁਰਵੇਦ ਦੀ ਉਹ ਵਿਧੀ ਇਹ ਪੰਚਕਰਮਾਂ ਦੇ ਅੰਡਰ ਆਉਂਦੀ ਹੈ। ਪੰਚਕਰਮਾਂ ਦੀ ਇੱਕ ਉਹ ਪਾਰਟ ਹੈ ਜਿਹੜਾ ਕਿ ਵੈਲ ਐਸਟੈਬਲਿਸ਼ ਹੈ। ਔਰ ਵੈਦ ਕਰਨਵੀਰ ਸਿੰਘ ਤਾਂ ਇਹਦੇ 'ਚ ਐਮਡੀ ਕਰਕੇ ਆਏ ਨੇ ਸਾਊਥ ਦੇ ਵਿੱਚ, ਔਰ ਇਹਦੇ ਬੜੇ ਸਪੈਸ਼ਲਿਸਟ ਨੇ, ਔਰ ਬੜੇ ਮੈਂ ਦੇਖਦਾ ਕਿ ਬੜੇ ਅੱਛੇ ਰਿਜ਼ਲਟ ਸਾਨੂੰ ਇਹਦੇ ਮਿਲਦੇ ਨੇ। ਕਰਨ ਤੁਹਾਨੂੰ ਜੇਕਰ ਅਸੀਂ ਇਸ ਤੁਹਾਡੇ ਤੋਂ ਪੁੱਛੀਏ ਕਿ ਇਸ ਵਿਧੀ ਬਾਰੇ, ਇਹ ਪੂਰੀ ਵਿਧੀ ਜ਼ਰੂਰ ਸਮਝਾਈ ਜਾਵੇ ਤਾਂ ਜੋ ਦਰਸ਼ਕ ਦੇਖ ਸਕਣ ਕਿ ਗੋਡਾ ਬਦਲਾਉਣ ਦੀ ਲੋੜ ਨਹੀਂ ਹੈ, ਕਿਵੇਂ ਠੀਕ ਹੁੰਦਾ। ਮੈਂ ਇੱਕ ਕੈਮਰੇ ਦੇ ਰਾਹੀਂ ਜੇ ਤੁਸੀਂ ਇੱਥੇ ਥੋੜਾ ਫੋਕਸ ਕਰੋਗੇ, ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, ਜੋ ਮੈਂ ਗੱਲਾਂ ਮੈਨੂੰ ਲੱਗਦੀਆਂ ਕਿ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ, ਕਿ ਇੱਥੇ ਗੋਡੇ ਦੇ ਨਾਲ ਨਾਲ ਇਹ ਧਿਆਨ ਰੱਖਿਆ ਜਾ ਰਿਹਾ ਕਿ ਕਾਫ ਮਸਲਸ ਦਾ ਵੀ ਤੇ ਉੱਪਰ ਥਾਈ ਮਸਲਸ ਨੂੰ ਵੀ ਆਪਾਂ ਧਿਆਨ ਦੇ ਰਹੇ ਹਾਂ। ਆਮ ਤੌਰ ਤੇ ਜਿੰਨੇ ਲੋਕ ਦੇਖਦੇ ਹੋਣਗੇ, ਸ਼ੁਰੂਆਤੀ ਰੂਪ 'ਚ ਉਹਨਾਂ ਨੂੰ ਸੋਜਾ ਗਿੱਟਿਆਂ ਤੇ ਜਾਂ ਕਾਫ ਮਸਲਸ ਤੇ ਆਉਂਦਾ। ਠੀਕ ਹੈ, ਯਾਨੀ ਕਿ ਆ ਏਰੀਆ ਦੇ ਵਿੱਚ ਜ਼ਿਆਦਾ ਸੋਜਿਸ਼ ਹੁੰਦੀ ਹੈ। ਔਰ ਕਈ ਵਾਰ ਮੈਂ ਬਹੁਤ ਮਤਲਬ ਬਜ਼ੁਰਗਾਂ ਦੇ ਵਿੱਚ ਦੇਖਦਾ ਥਾਈ ਮਸਲ ਦੇ ਵਿੱਚ ਸੋਜਾ ਆ ਜਾਂਦਾ। ਉਹ ਸੋਜਿਸ਼ ਕਰਕੇ ਜਦ ਉੱਪਰੋਂ ਨੀਚੇ ਸੋਜਿਸ਼ ਆਉਂਦੀ ਹੈ ਤਾਂ ਜਿਹੜਾ ਸਾਡਾ ਗੋਡੇ ਦੀ ਚੱਪਣੀ ਹੈ, ਜਿਹਨੂੰ ਆਪਾਂ ਮਤਲਬ ਇੱਕ ਜੁਆਇੰਟ ਕਹਿੰਦੇ ਆ, ਉਹ ਚੱਪਣੀ ਤੇ ਪ੍ਰੈਸ਼ਰ ਆਉਂਦਾ। ਠੀਕ ਹੈ। ਔਰ ਉਹ ਪ੍ਰੈਸ਼ਰ ਦੇ ਕਰਕੇ ਹੀ ਸਾਡਾ ਜਿਹੜਾ ਬੋਨ ਮਾਸ ਹੈ ਉਹ ਆਪਸ 'ਚ ਫ੍ਰਿਕਸ਼ਨ ਪੈਦਾ ਹੋ ਕੇ ਉਹ 'ਚ ਘਿਸਣਾ ਸ਼ੁਰੂ ਹੋ ਜਾਂਦਾ। ਕਰਨਵੀਰ ਇੱਕ ਚੀਜ਼ ਸਮਝਾਓ, ਤੁਸੀਂ ਕਹਿੰਦੇ ਹੋ ਵੀ ਗਿੱਟੇ ਤੇ ਆ ਗਿਆ ਜਾਂ ਇਸ ਪੋਰਸ਼ਨ ਤੇ ਸੋਜਾ ਆ ਗਿਆ ਜਾਂ ਪੱਟ ਤੇ ਆ ਗਿਆ,
ਇਹ ਮਤਲਬ ਇਹਦਾ ਲੱਛਣ ਕੀ ਹੁੰਦੇ ਨੇ? ਦੇਖੋ ਸਭ ਤੋਂ ਪਹਿਲਾਂ ਵਾਟਰ ਰਿਟੈਂਸ਼ਨ ਜੀ, ਤੁਸੀਂ ਸ਼ਾਇਦ ਆਪਾਂ ਸਭ ਸਮਝਦੇ ਹਾਂ ਵਾਟਰ ਰਿਟੈਂਸ਼ਨ ਮਤਲਬ ਸਵੈਲਿੰਗ ਆਉਣਾ, ਹਨਾ। ਵਾਟਰ ਰਿਟੈਂਸ਼ਨ ਕਿਹਨਾਂ 'ਚ ਜ਼ਿਆਦਾ ਹੁੰਦੀ ਹੈ? ਜਿਹਦੀ ਤਸੀਰ ਕਫ ਰੇਸ਼ੇ ਵਾਲੀ ਹੈ। ਬਿਲਕੁਲ। ਔਰ ਵਾਟਰ ਰਿਟੈਂਸ਼ਨ ਐ ਨਹੀਂ ਕਿ ਇੱਕ ਦਿਨ 'ਚ ਆਉਂਦੀ ਹੈ। ਜਿਵੇਂ ਆਪਾਂ ਕੋਈ ਰਾਜਮਾ, ਭਿੰਡੀ, ਬੈਂਗਣ ਰਾਤ ਨੂੰ ਖਾ ਲੇ, ਆਪਾਂ ਨੂੰ ਨਹੀਂ ਪਚੇ, ਤਾਂ ਆਪਾਂ ਸਵੇਰੇ ਉੱਠ ਕੇ ਦੇਖਦੇ ਕਿ ਕਈ ਵਾਰ ਮੂੰਹ ਤੇ ਸੋਜਾ, ਪੈਰਾਂ ਤੇ ਸੋਜਾ ਜਾਂ ਗਿੱਟਿਆਂ ਤੇ ਸੋਜਾ ਆ ਜਾਂਦਾ। ਉਹ ਜਦ ਤੁਹਾਡੀ ਰੂਟੀਨ ਬਣ ਜੇ, ਇਹ ਨਹੀਂ ਕਿ ਇੱਕ ਦਿਨ 'ਚ ਗੋਡੇ ਖਰਾਬ ਹੁੰਦੇ ਆ। ਰੱਬ ਨੇ ਇੰਨਾ ਸੋਹਣਾ ਆਪਣਾ ਮੈਕੈਨਿਜ਼ਮ ਬਣਾਇਆ ਕਿ ਇੱਕ ਦਿਨ 'ਚ ਨਹੀਂ ਹੁੰਦਾ ਇਹ ਸਭ ਕੁਝ। ਜਦ ਆਪਾਂ ਉਹ ਚੀਜ਼ਾਂ ਨੂੰ ਨਿਗਲੈਕਟ ਕਰਦੇ ਹਾਂ, ਜਿਸ ਚੀਜ਼ਾਂ ਨੂੰ ਆਪਾਂ ਸਮਝਦੇ ਨਹੀਂ, ਯਸ ਕਹਿ ਲਓ ਕਿ ਆਪਾਂ ਨੂੰ ਨੌਲੇਜ ਹੀ ਨਹੀਂ ਹੁੰਦੀ, ਹੈ ਨਾ। ਉਹ ਜਦ ਵੱਧਦਾ ਸਟੇਜ ਆਉਂਦੀ ਹੈ ਤਾਂ ਫਿਰ ਗੋਡੇ ਵੱਲ ਆਪਾਂ ਜਦ ਧਿਆਨ ਦਿੰਦੇ ਹਾਂ ਤਾਂ ਆਪਾਂ ਇੱਥੇ ਜਾਨੂ ਬਸਤੀ ਕਰ ਰਹੇ ਹਾਂ। ਇਹ ਜਿਹੇ ਸਿੱਧ ਤੇਲ ਜਾਂ ਇਹ ਜਿਹੀ ਦਵਾਈਆਂ ਨਾਲ ਜਿਹੜੇ ਤੇਲ ਬਣ ਕੇ ਅਸੀਂ ਲੁਬਰੀਕੇਸ਼ਨ ਪੈਦਾ ਕਰ ਰਹੇ ਹਾਂ। ਠੀਕ ਹੈ। ਜਿਹੜਾ ਸਾਈਨੋਵਲ ਫਲੂਇਡ ਹੈ, ਤੁਸੀਂ ਦੇਖੋ ਸਾਡੇ ਜਿਹੜੇ ਰੋਮ ਹੈ, ਜਿਸ ਅਸੀਂ ਕਹਿੰਦੇ ਜਿੱਥੋਂ ਸਾਡੇ ਬਾਲ ਵੀ ਉਗਦੇ ਆ, ਤਾਂ ਅਸੀਂ ਇਹ ਆਇਲ ਨੂੰ ਇੱਕ ਟੈਂਪਰੇਚਰ ਤੇ ਮੇਨਟੇਨ ਕਰਕੇ ਉਹਨੂੰ ਪੋਰ ਕਰਦੇ ਹਾਂ। ਪਰ ਮੇਰਾ ਸਵਾਲ ਇੱਥੇ ਵੀ ਹੈ ਕਿ ਤੁਸੀਂ ਕਹਿੰਦੇ ਅਸੀਂ ਪੋਰ ਕਰਦੇ ਆ, ਅਸੀਂ ਦੇਖ ਰਹੇ ਹਾਂ ਵੀ ਉੱਥੇ ਤੇਲ ਖੜਾਇਆ ਗਿਆ ਇੱਕ ਜਗ੍ਹਾ ਤੇ, ਇਹ ਅੰਦਰ ਜਾ ਕੇ ਤੁਸੀਂ ਕਹਿ ਰਹੇ ਹੋ ਵੀ ਸਕਿਨ ਦੇ ਅੰਦਰ ਚਲਾ ਗਿਆ, ਗੋਡੇ ਤੱਕ ਉਹ ਗਰੀਸ ਬਣਾਉਂਦਾ ਆ, ਕਿਵੇਂ ਜਾ ਵੜਦਾ? ਮੈਂ ਦੱਸਦਾ। ਬੜੀ ਹਾਰਡ ਸਕਿਨ ਹੈ। ਹਾਂ, ਹਾਰਡ ਸਕਿਨ ਨਹੀਂ ਹੈ ਜੀ। ਸਾਡੀ ਜਿਹੜੇ ਲੋਮ ਹੈ, ਜਿੱਥੇ ਰੱਬ ਨੇ ਤੁਹਾਡੇ ਬਾਲ ਉਗਾਤੇ, ਉਹਦੇ ਵਿੱਚ ਪੋਰਸ ਹੈ ਨਾ, ਇਹ ਤਾਂ ਸਮਝਦੇ ਹੋ ਛੇਦਾਂ 'ਚ ਉਗ ਰਹੇ ਆ ਜਿਹੜੇ। ਅਸੀਂ ਤਾਂ ਹੀ ਪੇਸ਼ੈਂਟ ਤੋਂ ਅਸੀਂ 10 ਤੋਂ 15 ਦਿਨ ਦਾ ਟਾਈਮ ਲੈਂਦੇ ਹਾਂ। ਇੱਕ ਦਿਨ ਦੇ ਵਿੱਚ ਉਹਨੂੰ ਥੋੜਾ ਬਹੁਤਾ ਰਿਲੀਫ ਮਿਲ ਸਕਦਾ ਹੈ, ਪਰ ਟ੍ਰੀਟਮੈਂਟ ਨਹੀਂ ਹੋਣਾ। ਜੇ ਆਪਾਂ ਉਸ ਪੋਰਸ ਦੇ ਵਿੱਚ ਜਿਹੜੀ ਆਪਾਂ ਵਾਰਮ ਕੋਈ ਆਪਾਂ ਗਰਮ ਤੇਲ ਨੂੰ ਜਿਹੜਾ ਪੈਨੀਟ੍ਰੇਟ ਕਰ, ਇਹੀ ਤੱਕ ਖੂਬਸੂਰਤੀ ਇਸ ਤੇਲਾਂ ਦੀ, ਇਹ ਡੀਪ ਪੈਨੀਟ੍ਰੇਟ ਕਰ ਸਕਦਾ ਹੈ। ਠੀਕ ਹੈ। ਇਹ ਉਹ ਤੇਲ ਹੈ ਜਿਹੜੀ ਦਵਾਈਆਂ ਨਾਲ ਬਣੇ ਹੈ ਕਿ ਅੰਦਰ ਪ੍ਰੋਪਰਲੀ ਗਰੀਸ ਨੂੰ ਜਾਂ ਸਾਡੀ ਜਿਹੜੀ ਲੁਬਰੀਕੇਸ਼ਨ ਖਤਮ ਹੋ ਗਈ ਉਹਨੂੰ ਇਹ ਦੁਬਾਰਾ ਰਿਵਾਈਵ ਕਰ ਸਕਦੇ ਹਾਂ। ਔਰ ਰਿਵਾਈਵ ਕਰਨ ਨਾਲ ਪੇਸ਼ੈਂਟ ਦੀ ਸਭ ਤੋਂ ਅੱਛੀ, ਜੋ ਮੈਂ ਮੰਨਦਾ, ਜੋ ਮੇਰਾ ਐਕਸਪੀਰੀਅੰਸ ਹੈ, ਆਮ ਤੌਰ 'ਤੇ ਜਿਹੜੇ ਗੋਡੇ ਆਪਰੇਸ਼ਨ ਕਰਾਉਂਦੇ ਆ ਉਹਨਾਂ ਨੂੰ 2-3 ਕੰਪਲੀਕੇਸ਼ਨ ਬਹੁਤ ਆਉਂਦੀਆਂ। ਇੱਕ ਤਾਂ ਉਹ ਬੈਠ ਉੱਠ ਨਹੀਂ ਸਕਦੇ। ਠੀਕ ਹੈ। ਇੱਕ ਉਹਨਾਂ ਦੇ ਕਦਮ ਬਹੁਤ ਛੋਟੇ ਹੋ ਜਾਂਦੇ ਆ, ਬੇਬੀ ਸਟੈਪ ਹੋ ਜਾਂਦੇ ਆ। ਬਿਲਕੁਲ। ਠੀਕ ਹੈ। ਦੂਸਰਾ ਸਭ ਤੋਂ ਮੇਜਰ, ਉਹਨਾਂ ਦਾ ਕੌਨਫੀਡੈਂਸ ਆਫ ਵਾਕ ਬਹੁਤ ਘੱਟ ਜਾਂਦਾ ਹੈ। ਮਤਲਬ ਉਹਨਾਂ ਨੂੰ ਚੱਲਣ ਲੱਗੇ ਇੰਨਾ ਭਰੋਸਾ ਨਹੀਂ ਹੁੰਦਾ ਕਿ ਮੈਂ ਡਿੱਗ ਨਾ ਪਵਾਂ, ਇੱਕ ਆਪਣੇ ਮਨ 'ਚ ਫੀਲਿੰਗ ਆਉਂਦੀ ਹੈ। ਉਹ ਸਾਰੀਆਂ ਚੀਜ਼ਾਂ ਦਾ ਕੋਈ ਵੀ ਇਲਾਜ ਨਹੀਂ ਹੈ, ਕਿਉਂਕਿ ਸਾਈਕੋਲੋਜੀਕਲ ਤੁਸੀਂ ਇੰਨੇ ਕੁ ਮਹਿਸੂਸ ਕਰਦੇ ਹੋ ਕਿ ਮੈਨੂੰ ਡਾਕਟਰ ਨੇ ਕਿਹਾ ਮੈਂ ਬੈਠਾ ਤਾਂ ਮੇਰਾ ਗੋਡਾ ਤਾਂ ਨਾ ਕਿਤੇ ਖਰਾਬ ਹੋ ਜੇ, ਮੇਰਾ ਗੋਡਾ ਡਿਸਪਲੇਸਮੈਂਟ ਤਾਂ ਨਾ ਆ ਜੇ। ਇਹ ਸਾਰੀਆਂ ਚੀਜ਼ਾਂ ਦਾ ਇੱਥੇ ਕੋਈ ਉਹ ਨਹੀਂ ਹੈ। ਅਸੀਂ ਤੁਹਾਡੇ ਆਪਣੇ ਮੈਕੈਨਿਜ਼ਮ ਨੂੰ, ਆਪਣੇ ਗੋਡੇ ਨੂੰ, ਉਹਨਾਂ ਦੇ ਲੋਕਾਂ ਦੇ ਉਸ ਗੋਡੇ ਨੂੰ ਨਰਿਸ਼ ਕਰਦੇ ਹਾਂ। ਨਰਿਸ਼ ਕਰਕੇ ਉਹਦੇ ਵਿੱਚ ਇੰਨੀ ਤਾਕਤ ਦਿੰਦੇ ਆ, ਕਿਉਂਕਿ ਇੱਥੇ ਨਾ ਗੋਡਿਆਂ ਦੀ ਸਿਰਫ ਬੋਨਸ ਦਾ ਪ੍ਰੋਬਲਮ ਨਹੀਂ ਹੈ, ਲਿਗਾਮੈਂਟ, ਨਰਵਸ ਸਿਸਟਮ ਵੀ ਇਨਵੋਲਵ ਹੈ। ਤੁਸੀਂ ਇਹ ਸਮਝੋ ਕਿ ਬਾਡੀ ਦਾ ਪੂਰਾ ਗੇਟ 2 ਗੋਡਿਆਂ ਤੇ ਬਾਈਫਿਰਿਕੇਟ ਹੋ ਰਿਹਾ, 2 ਪਾਸੇ ਸਾਡੀ ਬਾਡੀ ਨੇ ਉਸ ਗੇਟ ਨੂੰ ਸੰਭਾਲਣਾ ਹੈ। ਜਦ ਉਹ ਬਾਡੀ ਗੇਟ, ਕਈ ਲੋਕ ਛੋਟਾ ਕਦਮ ਤੁਰਦੇ ਹੈ, ਕਈ ਲੋਕਾਂ ਦਾ ਹੱਥ ਮਤਲਬ ਤੁਰਨ ਲੱਗੇ ਉਹਨਾਂ ਦਾ ਪੈਰ ਟੇਢਾ ਤੁਰਦਾ ਹੈ, ਤਾਂ ਗੋਡਾ ਉਸ ਪਾਸੇ ਘਸਦਾ ਹੈ। ਠੀਕ ਹੈ। ਕਈ ਵਾਰ ਅੰਦਰਲੇ ਪਾਸੇ, ਕਈ ਵਾਰ ਬਾਹਰਲੇ ਪਾਸੇ, ਯਾਨੀ ਕਿ ਇੱਕ ਸਾਈਡ ਤੋਂ ਘਸਣਾ ਸ਼ੁਰੂ ਹੋ ਜਾਂਦਾ। ਬਹੁਤ ਲੋਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਐਕਸ-ਰੇ 'ਚ ਇੱਕ ਪਾਸਾ ਘਸਿਆ, ਦੂਜਾ ਪਾਸਾ ਨਹੀਂ ਘਸਿਆ। ਤੇ ਆਪਾਂ ਜਦ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ ਤਾਂ ਪੂਰਾ ਹੀ ਗੋਡਾ ਚੇਂਜ ਹੁੰਦਾ। ਤੁਸੀਂ ਕਹਿ ਰਹੇ ਹੋ ਵੀ ਉਹ ਸਾਰਾ ਗੋਡਾ ਪ੍ਰਭਾਵਿਤ ਨਹੀਂ ਹੁੰਦਾ, ਨੁਕਸਾਨਿਆ ਨਹੀਂ ਗਿਆ ਹੁੰਦਾ, ਉਹਨੂੰ ਠੀਕ ਕੀਤਾ ਜਾ ਸਕਦਾ ਹੁੰਦਾ। ਮੈਂ ਇਹੀ ਗੱਲ ਕਹਿ ਰਿਹਾ। ਮੈਂ ਤਾਂ ਹੀ ਤੁਹਾਨੂੰ ਸ਼ੁਰੂਆਤ 'ਚ ਕਿਹਾ ਕਿ 80 ਤੋਂ 85% ਲੋਕਾਂ ਨੂੰ ਸ਼ਾਇਦ ਗੋਡੇ ਦੀ ਆਪਰੇਸ਼ਨ ਦੀ ਲੋੜ ਹੀ ਨਹੀਂ। ਔਰ ਆਪਾਂ ਉਹ ਸਿਰਫ ਇੱਕ ਪ੍ਰਭਾਵ ਕਰਕੇ, ਮੈਂ ਤਾਂ ਬਹੁਤ ਵਾਰ ਇਹ ਵੀ ਦੇਖਦਾ ਕਿ ਇੱਕ ਗੋਡੇ ਵਾਸਤੇ ਪੇਸ਼ੈਂਟ ਜਾਂਦਾ ਤੇ ਦੂਜਾ ਵੀ ਕਹਿੰਦੇ ਦੂਜਾ ਵੀ ਬਦਲਾਓ। ਪਰ ਮੈਨੂੰ ਲੱਗਦਾ ਐਜ਼ ਅ ਹਿਊਮਨ ਬੀਇੰਗ ਇਹ ਕਿਤੇ ਨਾ ਕਿਤੇ ਇੱਕ ਬੈਡ ਪ੍ਰੈਕਟਿਸ ਹੈ। ਇਹ ਸਾਡੀ ਮੈਡੀਕਲ ਸਾਇੰਸ ਲੋਕਾਂ ਦੇ ਕੰਮ ਲਈ ਹੈ, ਲੋਕਾਂ ਨੂੰ ਨੁਕਸਾਨ ਲਈ ਨਹੀਂ ਹੈ। ਮਨੁੱਖਤਾ ਨੂੰ ਜੇ ਆਪਾਂ ਬਚਾ ਨਹੀਂ ਸਕੇ, ਗੁੰਮਰਾਹ ਕਿਉਂ ਕਰ ਰਹੇ ਹਾਂ? ਬਿਲਕੁਲ। ਆਪਾਂ ਇਹ ਕਿਉਂ ਨਹੀਂ ਸਮਝਦੇ ਕਿ ਜਦ ਇੱਕ ਗੋਡਾ ਜੇ ਇੱਕ ਪਾਸੇ ਘਸਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੋਡੇ ਦਾ ਪੂਰਾ ਵੱਡਾ ਇੱਕ ਗ੍ਰਿਪ ਹੈ, ਮੈਂ ਤੁਹਾਨੂੰ ਸਮਝਾਉਣਾ, ਜੇ ਆਪਾਂ ਨੂੰ ਇੱਧਰਲੇ ਪਾਸੇ ਗੋਡਾ ਘਸਿਆ ਤਾਂ ਆਹ ਹਿੱਸਾ ਤਾਂ ਪੂਰਾ ਠੀਕ ਸੀ। ਠੀਕ ਹੈ। ਆਪਾਂ ਇਸ ਹਿੱਸੇ ਨੂੰ ਲੁਬਰੀਕੇਟ ਕਰਕੇ ਸਾਈਨਲ ਫਲੂਇਡ ਨੂੰ ਕਿਉਂ ਨਹੀਂ ਨਰਿਸ਼ ਕਰਦੇ? ਆਪਾਂ ਨੂੰ ਕਿਉਂ ਲੱਗਦਾ ਕਿ ਪੂਰਾ ਗੋਡੇ 'ਚ ਬੋਨ ਗ੍ਰਾਫਟਿੰਗ ਕਰੀਏ? ਸੇਮ ਥਿਉਰੀ ਦੂਜੇ ਗੋਡੇ ਦੀ ਹੈ। ਜੇ 30% ਦੂਜਾ ਗੋਡਾ ਘਟਿਆ ਜਾਂ ਦੂਜਾ ਗੋਡਾ ਘਸ ਗਿਆ ਤਾਂ 70% ਤਾਂ ਹੈਗਾ ਵਿਚਾਰਾ। ਬਿਲਕੁਲ। ਆਪਾਂ ਉਹਨੂੰ ਕਿਉਂ ਨਹੀਂ ਬਚਾਉਂਦੇ? ਕਿਉਂਕਿ ਇੱਥੇ ਇਸ ਵਕਤ ਪ੍ਰੋਬਲਮ ਕੀ ਹੈ,
ਹਰ ਇੱਕ ਬੰਦੇ ਕੋਲ ਆਯੁਸ਼ਮਾਨ ਕਾਰਡ ਹੈ, ਹਰ ਇੱਕ ਬੰਦੇ ਕੋਲ ਇੰਸ਼ੋਰੈਂਸ ਹੈ, ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਉਹ ਈਜ਼ੀ ਅਪਰੋਚ ਹੋ ਗਿਆ ਵੀ ਠੀਕ ਹੈ ਵੀ ਉਹ approach ਹੈ ਹਨਾ। ਈਜ਼ੀ ਅਪਰੋਚ ਦੀ ਗੱਲ ਆ। ਤੁਸੀਂ ਜਿਹੜੇ ਕਾਰਡਸ ਦੀ ਗੱਲ ਕੀਤੀ ਉਹ ਪੈਸਾ ਨਹੀਂ ਲੱਗਦਾ। ਆਯੁਰਵੈਦਿਕ ਦਵਾਈਆਂ ਮਹਿੰਗੀਆਂ ਗਿਣੀਆਂ ਜਾਂਦੀਆਂ ਨੇ ਵੈਸੇ ਐਲੋਪੈਥੀ ਦੇ ਹਿਸਾਬ ਨਾਲ, ਤੇ ਇਹਦਾ ਫਿਰ ਹੁਣ ਕਿੰਨਾ ਕੁ ਖਰਚਾ ਆਊਗਾ? ਚਲੋ ਇਹ ਵੀ ਥੋੜਾ ਵਹਿਮ ਠੀਕ ਕਰੀਏ ਆਪਾਂ, ਇਹ ਜ਼ਰੂਰੀ ਹੈ ਲੋਕਾਂ ਵਾਸਤੇ ਇਹ ਸਮਝਣਾ। ਇੱਕ ਐਵਰੇਜ ਕਾਸਟ ਕਿਸੇ 2 ਗੋਡਿਆਂ ਦੀ ਆ, ਇੱਕ ਗੋਡਾ ਵੀ ਆਪਾਂ ਲੈ ਕੇ ਚੱਲੀਏ ਤਾਂ 4 ਤੋਂ ਲੈ ਕੇ 6 ਲੱਖ ਦੇ ਵਿੱਚ ਹੈ, ਆਪਾਂ ਸਾਰੇ ਮੰਨਦੇ ਹਾਂ। ਉਹਦੇ ਪਾਸੇ ਦੂਜੇ ਪਾਸੇ ਜੇ ਆਪਾਂ ਹੁਣ ਇਹਦੀ ਗੱਲ ਕਰੀਏ ਤਾਂ 1000 ਤੋਂ 1100 ਰੁਪਏ ਪਰ ਡੇ ਦੀ ਕਾਸਟ ਹੈ। ਔਰ ਕਿੰਨੇ ਦਿਨ ਕਰਨੀ ਹੈ? ਉਹੀ ਅਗਲੀ ਗੱਲ ਇਹ ਹੈ ਕਿ ਸਿਰਫ 10 ਤੋਂ 15 ਦਿਨ ਪ੍ਰੋਸੈਸ ਹੋਣਾ ਹੈ। 2 ਹਫ਼ਤਿਆਂ ਦਾ ਪ੍ਰੋਸੈਸ। 2 ਹਫ਼ਤਿਆਂ ਪ੍ਰੋਸੈਸ ਮਤਲਬ ਅਗਰ ਆਪਾਂ ਐਵਰੇਜ ਕਾਸਟ ਦੀ ਗੱਲ ਕਰੀਏ 15 ਤੋਂ 20000 ਰੁਪਏ। ਠੀਕ ਹੈ। ਉਹਦੇ ਨਾਲ ਜਿਹੜੀਆਂ ਸਾਈਡ ਇਫੈਕਟ ਤੋਂ ਆਪਾਂ ਬਚ ਰਹੇ ਹਾਂ, ਆਪਾਂ ਨੂੰ ਲਾਈਫ ਲੌਂਗ ਕੋਈ ਕੈਲਸ਼ੀਅਮ ਦੀ ਦਵਾਈ ਨਹੀਂ ਖਾਣ ਦੀ ਲੋੜ। ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬੜੇ ਲੋਕ ਵਿਟਾਮਿਨ ਡੀ, ਕੈਲਸ਼ੀਅਮ। ਭਾਈ ਮੈਨੂੰ ਇਹ ਦੱਸੋ ਕਿ ਤੁਹਾਡੀ ਹੱਡੀਆਂ ਦੀ ਪ੍ਰੋਬਲਮ ਹੈ, ਮੈਂ ਮੰਨਦਾ ਨਿਊਰੋ ਆਰਥੋ ਵਾਲੇ ਡਾਕਟਰਸ ਇਹ ਗੱਲ ਨੂੰ ਸਮਝਦੇ ਆ ਕਿ ਕੈਲਸ਼ੀਅਮ ਜੇ ਆਪਾਂ ਜ਼ਿਆਦਾ ਖਾਈਏ ਤਾਂ ਆਪਣੀ ਬਾਡੀ 'ਚ ਉਹ ਖਰਾਬ ਵੀ ਕਰਦਾ। ਬਿਲਕੁਲ। ਇੱਥੇ ਪ੍ਰੋਬਲਮ ਕੀ ਹੈ, ਸਾਡਾ ਨਰਵਸ ਸਿਸਟਮ ਤੇ ਮਸਕੂਲਰ ਸਿਸਟਮ ਵਾਸਤੇ ਕਿਸੇ ਹੋਰ ਸਾਇੰਸ ਸਪੈਸੀਫਿਕ ਦਵਾਈ ਨਹੀਂ ਹੈ। ਆਪਾਂ ਨੂੰ ਉਹ ਦਵਾਈ ਦੀ ਲੋੜ ਹੈ ਜੋ ਸਪੈਸੀਫਿਕਲੀ ਉਹੀ ਕੰਮ ਕਰਨ। ਠੀਕ ਹੈ। ਮਤਲਬ ਅਗਰ ਆਪਾਂ ਜੀ ਗੋਡੇ ਦੀ ਕਾਰਟਲੇਜ ਦੀ ਗੱਲ ਕਰ ਰਹੇ ਹਾਂ, ਗਰੀਸ ਦੀ ਗੱਲ ਕਰ ਰਹੇ ਹਾਂ, ਤਾਂ ਇਹ ਜੀ ਹਰਬਸ ਪੋਸੀਬਲ ਹੈ ਜਾਂ ਇਹ ਜੀ ਹਰਬਸ ਆਯੁਰਵੇਦ 'ਚ ਹੈ ਜੋ ਸਿਰਫ ਗਰੀਸ ਗੋਡੇ ਦੀ ਠੀਕ ਕਰ ਰਹੀ ਹੈ, ਓਵਰਆਲ ਨਹੀਂ। ਦੂਜਾ, ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਆਪਾਂ ਸਾਈਡ ਇਫੈਕਟ ਤੋਂ ਬਚ ਰਹੇ ਹਾਂ, ਕਾਸਟ ਇਫੈਕਟਿਵ ਘੱਟ ਹੈ। ਤੀਸਰਾ, ਜਿਹੜੀ ਆਪਾਂ ਕੌਨਫੀਡੈਂਸ ਆਫ ਵਾਕਿੰਗ ਹੈ, ਉਹ ਇੱਕ ਮੈਂ ਬਜ਼ੁਰਗਾਂ 'ਚ ਖਾਸ ਕਰਕੇ ਗੱਲ ਮੰਨਦਾ, ਉਹਨਾਂ ਨੂੰ ਲੱਗਦਾ ਕਿ ਮੈਂ ਉੱਠਣ ਬੈਠਣ ਤੋਂ ਵੀ ਗਿਆ, ਮੈਂ ਬਾਥਰੂਮ ਜਾਣ ਤੋਂ ਵੀ ਗਿਆ। ਇੱਕ ਬੰਦਾ ਨਾਲ ਹੈਲਪਰ ਰੱਖਦੇ ਆ ਕਿ ਬਈ ਮੈਨੂੰ ਬਾਥਰੂਮ ਤੱਕ ਲੈ ਕੇ ਜਾਓ। ਮਤਲਬ ਉਹ ਇੱਕ ਲੋ ਕੌਨਫੀਡੈਂਸ ਸਾਈਕੋਲੋਜੀਕਲ ਬਿਮਾਰ ਕਰ ਦਿੰਦਾ ਤੇ ਲਾਈਫ ਸਪੈਨ ਘੱਟ ਕਰ ਦਿੰਦਾ। ਤੇ ਆਪਾਂ ਨੂੰ ਇਹ ਸਭ ਚੀਜ਼ਾਂ ਸਮਝ ਕੇ ਇਲਾਜ, ਇਹ ਆਪਣਾ ਹੱਕ ਹੈ, ਆਪਣਾ ਰਾਈਟ ਹੈ ਕਿ ਕੋਈ ਵੀ ਥਿਉਰੀ ਜਦ ਕੋਈ ਆਪਰੇਸ਼ਨ ਕਰਾਓ ਜਾਂ ਕੁਝ ਵੀ ਕਰਾਓ ਤਾਂ ਉਹਨੂੰ ਪ੍ਰੋਪਰਲੀ ਸਮਝੋ। ਬਿਲਕੁਲ। ਉਹਦੇ 2 ਪਹਿਲੂ ਹੈ, ਇੱਕ ਚੰਗਾ ਇੱਕ ਮਾੜਾ। ਦੋਨੋਂ ਪਹਿਲੂਆਂ ਨੂੰ ਜੇ ਆਪਾਂ ਸਮਝ ਕੇ ਇਲਾਜ ਕਰਾਉਂਦੇ ਆ, ਮੈਂ ਇਹ ਨਹੀਂ ਕਹਿੰਦਾ ਕਿ ਆਯੁਰਵੇਦ ਬਹੁਤ ਅੱਛਾ ਹੈ, ਕਈ ਚੀਜ਼ਾਂ 'ਚ ਆਯੁਰਵੇਦ ਦੀ ਲਿਮਿਟੇਸ਼ਨਸ ਹੈ, ਪਰ ਮੈਂ ਇਹ ਜ਼ਰੂਰ ਕਹਿਣਾ ਕਿ ਜਿਹੜੀ ਚੀਜ਼ਾਂ 'ਚ ਆਯੁਰਵੇਦ ਬਹੁਤ ਚੰਗਾ ਹੈ, ਆਯੁਰਵੇਦ ਨੂੰ ਅਪਣਾ ਕੇ ਆਪਣੀ ਸਿਹਤ ਨੂੰ, ਆਪਣੀ ਚੀਜ਼ਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ। ਜਗਜੀਤ ਜੀ, ਸਵਾਲ ਇਹਨਾਂ ਨੇ ਕੀਤਾ ਕਿ ਆਯੁਰਵੈਦਿਕ ਚੀਜ਼ਾਂ ਜਿਹੜੇ ਆਯੁਰਵੈਦ ਆ ਉਹ ਕਿਤੇ ਨਾ ਕਿਤੇ ਤੱਕ ਲਿਮਿਟੇਸ਼ਨ ਆ, ਸੀਮਾ ਉਹਦੀ ਹੈਗੀ ਆ। ਮੈਂ ਇਹਦੀ ਸੀਮਾ ਪੁੱਛ ਲੈਣਾ ਵੀ ਗੋਡਿਆਂ ਦੇ ਇਲਾਜ ਲਈ ਬੰਦੇ ਦੀ ਸੀਮਾ ਕੀ ਹੈ, ਕਿਹੜੇ ਬੰਦੇ ਨੂੰ ਇਹ ਇਲਾਜ ਦੀ ਲੋੜ ਹੈ ਤੇ ਕਿਹੜੇ ਨੂੰ ਨਹੀਂ? ਜਿਸ ਬੰਦੇ ਨੂੰ ਵਾਯੂ ਦਾ ਸਟਾਰਟਿੰਗ ਦੇ ਵਿੱਚ ਕ੍ਰਿਪਟਸ ਆਉਣ ਲੱਗ ਗਏ, ਆਵਾਜ਼ ਆਉਣ ਲੱਗ ਗਈ, ਠੀਕ ਹੈ, ਉਹ 100% ਇਹ ਕਿਉਰ ਹੁੰਦਾ ਹੈਗਾ। ਇਸ ਨੀਜ਼ ਦੇ ਜਾਨੂ ਬਸਤੀ ਦੇ ਬਾਰੇ ਜਾਂ ਗੋਡਿਆਂ ਬਾਰੇ ਗੱਲ ਦੱਸਣੀ ਚਾਹੁੰਦਾ। ਮੈਨੂੰ ਇੰਨੇ ਸਾਲ ਦੀ ਪ੍ਰੈਕਟਿਸ ਹੋ ਗਈ, ਮੈਂ 40-42 ਸਾਲ ਦੀ ਮੇਰੀ ਪ੍ਰੈਕਟਿਸ ਹੋ ਗਈ। ਮੈਂ ਅੱਜ ਤੱਕ ਨਹੀਂ ਕੋਈ ਦੇਖਿਆ ਵੀ ਜਿਹਨਾਂ ਦਾ ਆਪਰੇਸ਼ਨ ਹੋਇਆ ਹੋਵੇ ਤੇ ਉਹਨਾਂ ਨੂੰ ਬਾਕੀ ਉਹਦਾ ਕੋਈ ਸਾਈਡ ਇਫੈਕਟ ਨਾ ਹੋਇਆ ਹੋਵੇ। ਔਰ ਇਹ ਟ੍ਰੀਟਮੈਂਟ ਤੁਹਾਡੇ ਸਾਹਮਣੇ ਹੈ, ਐਕਸਟਰਨਲ ਟ੍ਰੀਟਮੈਂਟ ਹੈ, ਇੰਟਰਨਲ ਟ੍ਰੀਟਮੈਂਟ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਇੱਕ ਵਾਰੀ ਮਤਲਬ 2 ਹਫ਼ਤਿਆਂ ਲਈ ਇੱਕ ਵਾਰੀ ਕਰਾਉਣਾ ਜਾਂ ਜ਼ਿੰਦਗੀ 'ਚ ਅੱਗੇ ਵੀ ਲੋੜ ਪੈ? ਇਹ ਡਿਪੈਂਡ ਕਰਦਾ ਹੈਗਾ ਉਹਨਾਂ ਦੀ ਤਸੀਰ, ਉਹਨਾਂ ਦੀ ਇਮਿਊਨਿਟੀ। 6 ਮਹੀਨੇ ਬਾਅਦ, ਸਾਲ ਬਾਅਦ ਅਗਰ ਮੰਨ ਲਓ 15 ਦਿਨ ਫਿਰ ਕਰਵਾਉਣਾ ਵੀ ਪੈ ਗਿਆ ਤਾਂ ਦੱਸੋ ਕੀ ਬੜੀ ਗੱਲ ਹੈ। ਮੈਂ ਇੱਕ ਵਾਰ ਤੁਹਾਡੀ ਉਹ ਗੱਲ ਜ਼ਰੂਰ ਹੋਰ ਕਲੀਅਰ ਕਰਨੀ ਚਾਹੁੰਦਾ ਵੀ ਇਹ ਜਿਹੜਾ ਇਹਦਾ ਕਾਸਟ ਹੈ ਨਾ, ਇਹ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈ। ਜਿਹੜੀ ਅਸੀਂ ਮੈਡੀਸਨ ਦਿੰਨੇ ਆ ਜਾਂ ਜਿਹੜੀ ਅਸੀਂ ਇਹ ਦੇਖੋ, ਇਹਦੇ ਨਾਲ ਇਕੱਲੇ ਗੋਡੇ ਨਹੀਂ ਠੀਕ ਹੋ ਰਹੇ ਜੀ, ਇਹਦੇ ਨਾਲ ਕਾਫ ਮਸਲ ਵੀ ਠੀਕ ਹੋ ਰਹੇ ਨੇ, ਥਾਈ ਮਸਲ ਵੀ ਠੀਕ ਹੋ ਰਹੇ ਨੇ, ਬੋਡੀ ਸਟਰੈਂਥ ਵੀ ਆ ਰਹੀ ਹੈ। ਸਿਮਿਲਰਲੀ ਜਿਹੜੀ ਮੈਡੀਸਨ ਹੈ ਉਹ ਇਕੱਲੇ ਗੋਡਿਆਂ ਨੂੰ ਨਹੀਂ, ਉਹ ਕੋਈ ਸ਼ੋਲਡਰ 'ਚ ਪੇਨ ਆਇਆ ਸ਼ੁਰੂ ਹੋਏਗਾ, ਕਿਤੇ ਹੋਰ ਜੁਆਇੰਟ ਵਿੱਚ ਪੇਨ ਸ਼ੁਰੂ ਹੋਏਗਾ, ਕੋਈ ਇਨਫਲਾਮੇਸ਼ਨ ਸ਼ੁਰੂ ਹੋਈ ਹੈ, ਉਹ ਉਹਨੂੰ ਵੀ ਠੀਕ ਕਰਦੀ ਹੈ। ਔਰ ਉਹਦੇ ਜਿਹੜੇ ਜਿਵੇਂ ਇਹਨਾਂ ਟ੍ਰੀਟਮੈਂਟ ਦਾ ਕਾਸਟ ਦੱਸੀ ਹੈ ਉਹ ਕੁਝ ਵੀ ਨਹੀਂ ਹੈ, ਬਹੁਤ ਘੱਟ ਹੈ। ਕਾਸਟ ਤਾਂ ਦੇਖੋ ਜੀ, ਮੈਂ ਤੁਹਾਨੂੰ ਇੱਕ ਹੋਰ ਦੱਸਦਾ ਨਾ, ਜਿੰਨੀ ਕਾਸਟ ਮੈਂ ਤੁਹਾਨੂੰ ਦੱਸੀ ਹੈ ਨਾ, ਸ਼ਾਇਦ OT 'ਚ ਗਲਵਸ ਦੀ ਕਾਸਟ ਇੰਨੀ ਆ ਜਾਏ ਉਹਨਾਂ ਦੀ। ਮੈਂ ਮਤਲਬ ਮੈਂ ਦੇਖੋ ਮੇਰੇ ਕੋਲ ਪੇਸ਼ੈਂਟ ਤਾਂ ਆਉਂਦੇ ਹੀ ਹੈ ਨਾ, ਮੈਂ ਪੇਸ਼ੈਂਟ ਦੇ ਬਿੱਲ ਵੀ ਬਾਈ ਚਾਂਸ ਉਹ ਫਾਈਲ 'ਚ ਨਿਕਲ ਆਉਂਦੇ ਆ, ਤਾਂ ਮੈਂ ਜਦ ਦੇਖਿਆ ਹੁੰਦਾ ਕਿ ਗਲਵਸ ਦੇ ਪੈਸੇ ਲੱਗੇ ਹੋਏ ਆ, ਉਹ ਪੇਸ਼ੈਂਟ ਨੂੰ ਡਾਕਟਰ ਦੀ ਵਿਜ਼ਿਟਿੰਗ ਫੀਸ ਲੱਗੀ ਹੁੰਦੀ ਹੈ, ਤੇ ਜਿੰਨੀ ਕਾਸਟ ਮੈਂ ਤੁਹਾਨੂੰ ਟੋਟਲ ਦੱਸ ਰਿਹਾ ਉਨੀ ਕਾਸਟ ਤਾਂ ਡਾਕਟਰ ਵਿਜ਼ਿਟ ਤੇ ਗਲਵਸ ਦਾ ਖਰਚਾ ਹੋਇਆ। ਕਰਨਵੀਰ ਜੀ, ਬੜਾ ਸਿੰਪਲ ਜਿਹਾ ਸਵਾਲ ਆ, ਸਕਸੈਸ ਰੇਟ ਕੀ ਹੈ? ਦੇਖੋ ਮੈਂ ਕੋਈ ਇਹ ਜਿਹਾ ਦਾਅਵਾ ਨਹੀਂ ਕਰਦਾ, ਮੈਂ ਬਹੁਤ ਦੇਰ ਤੋਂ ਇਹ ਚੀਜ਼ਾਂ ਕਰ ਰਿਹਾ। ਸਕਸੈਸ ਰੇਟ ਲਈ ਜਿਹਨੂੰ ਵੀ ਇਹ ਪ੍ਰੋਬਲਮ ਹੈ, ਮੈਂ ਇੰਨਾ ਜ਼ਰੂਰ ਅਸ਼ੋਰ ਕਰ ਸਕਦਾ ਕਿ ਉਹ 5 ਦਿਨ ਮੈਨੂੰ ਦੇ ਦੇ। ਠੀਕ ਹੈ। 6ਵਾਂ ਦਿਨ ਜੇ ਉਹਦਾ ਮਨ ਮੰਨੇ ਤਾਂ ਮੇਰੇ ਕੋਲ ਆਵੇ, ਬਿਲਕੁਲ ਨਾ ਆਵੇ। 5 ਦਿਨ 'ਚ ਉਹਨੂੰ
ਇਲਾਜ ਦੇ ਰੂਪ 'ਚ, ਸਹੀ ਇਲਾਜ ਦੇ ਰੂਪ 'ਚ ਫਰਕ ਪਏਗਾ, ਉਹਨੂੰ ਤੁਰਨਾ ਫਿਰਨਾ, ਉਹਦੀ ਸਵੈਲਿੰਗ 'ਚ ਫਰਕ ਪਏਗਾ, ਤਾਂ ਉਹ 6ਵੇਂ ਦਿਨ ਮੇਰੇ ਕੋਲ ਮਹਿਸੂਸ ਕਰੇ ਆਉਣ ਦੀ। ਵਰਨਾ ਮੈਨੂੰ ਬਾਈ ਗॉड ਮੈਂ ਕਿਸੇ ਨੂੰ ਮਿਸਗਾਈਡ ਨਹੀਂ ਕਰਨਾ ਚਾਹੁੰਦਾ, ਕਿਉਂਕਿ ਦੇਖੋ ਇਹ ਮੇਰਾ ਪ੍ਰੋਫੈਸ਼ਨ ਹੈ, ਪਰ ਮੈਂ ਲੋਕਾਂ ਲਈ ਹਾਂ ਔਰ ਲੋਕਾਂ ਦਾ ਇੱਕ ਵਿਸ਼ਵਾਸ ਹੈ, ਔਰ ਲੋਕਾਂ ਦਾ ਵਿਸ਼ਵਾਸ ਤੋੜ ਕਰ ਮੈਨੂੰ ਕੁਝ ਨਹੀਂ ਮਿਲਣਾ। ਪਰ ਮੈਂ ਇੱਕ ਸਵਾਲ ਹੈ ਵੀ ਜੇ ਇਹ ਥੈਰੇਪੀ ਹੋਗੀ, ਚਲੋ ਉਹਨਾਂ ਨੇ ਜਗਜੀਤ ਜੀ ਕਹਿੰਦੇ ਵੀ ਇਹ ਤਾਂ ਕੰਡੀਸ਼ਨ ਤੇ ਡਿਪੈਂਡ ਕਰਦਾ ਆ, ਪਰ ਇਸ ਥੈਰੇਪੀ ਤੋਂ ਬਾਅਦ ਵੀ ਆਪਰੇਸ਼ਨ ਦੀ ਲੋੜ ਪੈ ਸਕਦੀ ਹੈ? ਸਰ ਆਪਰੇਸ਼ਨ ਸਿਰਫ ਉਹਨਾਂ ਨੂੰ ਲੋੜ ਪੈਂਦੀ ਹੈ ਜਿਨ੍ਹਾਂ ਦੇ ਗੋਡੇ ਬਹੁਤ ਵਰਸ ਕੰਡੀਸ਼ਨ 'ਚ ਹੈ, ਜਿਨ੍ਹਾਂ ਨੇ ਜਮਾ ਸਾਰਾ ਹੀ ਜਿਨ੍ਹਾਂ ਦਾ ਪੂਰਾ ਗੋਡਾ ਦੋਨੋਂ ਪਾਸੋਂ ਘਸ ਗਿਆ, ਔਰ ਬਹੁਤ ਹਾਈ ਸਟੀਰੋਇਡਸ ਹੈ, ਲਾਈਫ ਸੇਵਿੰਗ ਡਰੱਗਸ ਤੇ ਉਹਨੂੰ ਨਾਲ ਗੋਡਿਆਂ ਨਾਲ ਕੰਪਲਿਕੇਸ਼ਨ, ਕੋਈ ਲਿਵਰ ਦੀ ਫੈਟੀ ਹੈ, ਕਿਸੇ ਨੂੰ ਕਿਡਨੀ ਸਟੋਨ ਹੈ, ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ। ਪਰ ਮੈਂ ਤੁਹਾਨੂੰ ਇਹ ਬਿਲਕੁਲ ਜੋ ਦਾਵਾ ਕਰ ਰਿਹਾ ਮੈਂ ਉਹਨੂੰ ਸਮਝ ਕੇ ਕਹਿ ਰਿਹਾ। ਮੇਰੇ ਕੋਲ ਜਿੰਨੇ ਪੇਸ਼ੈਂਟ ਆਉਂਦੇ 85% ਔਰ 90% ਲੋਕਾਂ ਨੂੰ ਗੋਡੇ ਦੇ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ। ਮੇਰਾ ਇੱਕ YouTube, ਜਿਵੇਂ ਸਾਡਾ ਆਫੀਸ਼ੀਅਲ YouTube ਚੈਨਲ ਹੈ, ਚੰਡੀਗੜ੍ਹ ਆਈਵੀ ਸੈਂਟਰ ਦੇ ਨਾਂ ਤੇ ਹੈ, ਤੁਸੀਂ ਉੱਥੇ ਬਹੁਤ ਲੋਕ ਸਾਡੀ ਇੰਟਰਵਿਊਜ਼ ਨਹੀਂ ਲੈਂਦੇ ਜਾਂ ਦਿੰਦੇ। ਬਹੁਤ ਸਾਰੇ ਲੋਕ ਇਹ ਜਿਹੇ ਚੰਗੇ ਵੀ ਹੁੰਦੇ ਹੈ ਜੋ ਆਪਣੀ ਸਟੋਰੀ ਬਿਆਨ ਕਰਦੇ ਹਨ ਲੋਕਾਂ ਦੀ ਪ੍ਰੇਰਨਾ ਵਾਸਤੇ। ਮੇਰੇ ਸਕਸੈਸ ਰੇਟ ਮੇਰੀ ਉਸ ਚੈਨਲ ਤੇ ਮੈਂ ਪਾਏ ਹੋਏ ਹੈ, ਜਿਨ੍ਹਾਂ ਨੇ ਮੈਨੂੰ ਇੰਟਰਵਿਊ ਦਿੱਤੀ ਹੈ, ਜਿਨ੍ਹਾਂ ਨੂੰ ਆਪਰੇਸ਼ਨ ਦੱਸਿਆ ਹੈ, ਤੇ ਉਹ ਮੇਰੇ ਕੋਲ 2 ਤੋਂ 3 ਮਹੀਨੇ ਵਿੱਚ ਨਾਰਮਲ ਵਾਕ 'ਚ ਹੈ, ਨਾਰਮਲ ਠੀਕ ਕੀਤੇ ਹੈ। ਤਾਂ ਉਹ ਉੱਚ ਪ੍ਰੇਰਨਾ ਹੈ ਜਾਂ ਉਹ ਲੋਕ ਐਵੀਡੈਂਸ ਹੈ ਮੇਰੇ ਇਲਾਜ ਦੇ। ਮੈਂ ਕਹਿ ਸਕਦਾ ਕਿ ਉਹ ਲੋਕਾਂ ਨੂੰ ਤੁਹਾਨੂੰ ਦੇਖ ਕੇ ਹੌਸਲਾ ਮਿਲੇਗਾ ਜ਼ਰੂਰ ਕਿ ਅਸੀਂ ਵੀ ਇਲਾਜ ਕਰਾ ਕੇ, ਇਹ ਜਿਹੇ ਇਲਾਜ ਕਰਾ ਕੇ, ਸਾਨੂੰ ਕੋਈ ਸਾਈਡ ਇਫੈਕਟ ਤੋਂ ਬਿਨਾਂ ਇਲਾਜ ਕਰਾ ਕੇ ਆਪਾਂ ਠੀਕ ਹੋ ਸਕਦੇ ਹਾਂ। ਬਿਲਕੁਲ। ਸੋ ਸਭ ਤੋਂ ਵੱਧ ਜ਼ਰੂਰੀ ਹੈ ਕਿ ਇਨਸਾਨ ਦਾ ਮਨੁੱਖੀ ਸਰੀਰ ਦਾ ਤੰਦਰੁਸਤ ਰਹਿਣਾ, ਠੀਕ ਹੋਣਾ। ਦੋਸਤੋ, ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਚੰਡੀਗੜ੍ਹ ਆਯੁਰਵੈਦਿਕ ਸੈਂਟਰ ਹੈ। ਜੇਕਰ ਤੁਸੀਂ ਅਜਿਹਾ ਕੋਈ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਖੁਦ ਦੀ ਇੱਛਾ ਆ, ਦ੍ਰਿੜ ਇਰਾਦਾ ਚਾਹੀਦਾ ਹੁੰਦਾ। ਸਭ ਤੋਂ ਪਹਿਲਾਂ ਉਹ ਦ੍ਰਿੜ ਇਰਾਦਾ ਤੁਸੀਂ ਬਣਾਉਣਾ ਆ, ਫੈਸਲਾ ਤੁਸੀਂ ਕਰਨਾ ਆ। ਜ਼ਿੰਦਗੀ ਤੁਹਾਡੀ ਆਪਣੀ ਹੈ। ਅਸੀਂ ਤੁਹਾਡੇ ਤੱਕ ਸਿਰਫ ਇੱਕ ਮਾਧਿਅਮ ਦੇ ਜ਼ਰੀਏ ਅਸੀਂ ਕੋਈ ਚੰਗੀ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਹੋਰ ਸ਼ੇਅਰ ਕਰ ਦਿਓ, ਤਾਂ ਜੋ ਕਿਸੇ ਨਾ ਕਿਸੇ ਹੋਰ ਦਾ ਪੈਸਾ ਵੀ ਬਚ ਸਕੇ ਤੇ ਉਹਦਾ ਇਲਾਜ ਆ, ਉਹਦਾ ਸਰੀਰ ਹੈ, ਉਹ ਠੀਕ ਹੋ ਸਕੇ। ਮੈਂ ਸੁਰਖਾਬ ਆਪਣੇ ਸਹਿਯੋਗੀ ਅਸ਼ੋਕ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।